ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਦਪ ਵਿਮਲ ਲਖੇ ਤਿਹ ਨਿਰਦੁਖ, ਜਾਹੇ ਭਿਖੈ ਨਸ ਜਾਹੇ ਨਿਖਲ ਦੁਖ। ਤਦਪ ਵਿਮਲ ਲਖੇ ਤਿਹ ਨਿਰਦੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 56ਵਾਂ ਛੰਦ ਪਹਿਲੇ ਅਧਿਆਏ ਦਾ ਵਿਰਾਗ ਸ਼ਤਕ ਦਾ ਪੜ੍ਹਾਂਗੇ। ਪਿੱਛੇ ਆਪਾਂ ਪੜ੍ਹ ਆਏ ਸੀ ਕਿ ਜੋ ਵਿਅਸ਼ਟੀ ਸਮਸ਼ਟੀ ਦੇ ਉਪਾਧੀ ਦੇ ਭੇਦ ਕਰਕੇ ਜੀਵ ਈਸ਼ਰ ਦਾ ਭੇਦ ਪਿਆ ਆ, ਉਹ ਮਾਇਆ ਅਤੇ ਵਿਦਿਆ ਦੇ ਮਿਲਣੇ ਕਰਕੇ ਭਾਸ ਰਿਹਾ। ਐਸਾ ਜਿਹੜਾ ਗਿਆਨ ਆ ਉਹ ਮੂਰਖਾਂ ਦੇ ਹਿਰਦੇ ਵਿੱਚ ਪ੍ਰਕਾਸ਼ ਰਿਹਾ। ਉਹ ਜਿੱਥੇ 55 ਸੰਦ 'ਚ ਆਪਾਂ ਪਾਠ ਪੜ੍ਹਿਆ ਵੈਸ ਅਤੇ ਸਮਸ, ਕਈ ਥਾਵਾਂ ਦੇ ਪਾਠ ਉਹ ਵਿਅਸ਼ਟ ਅਤੇ ਸਮਸ਼ਟ ਕਰਕੇ ਆਉਂਦਾ। ਸਾਸੇ ਦੇ ਪੈਰ 'ਚ ਟੈਂਗਾ ਕਰਕੇ ਭਾਵ ਵਾਵਾ, ਯਈਆ ਅੱਧਾ ਅਤੇ ਸੱਸਾ ਅਤੇ ਪੈਰ 'ਚ ਟੈਂਗਾ ਅਤੇ ਬਣ ਜਾਊਗਾ ਵਿਅਸ਼ਟ। ਕਿਉਂਕਿ ਯਈ ਅੱਧੇ 'ਚ ਨਿਕਲ ਗਿਆ ਸਿਹਾਰੀ, ਵਵੇ ਨੂੰ ਚਲ ਗਈ ਬਣ ਗਿਆ ਵਿਅਸ਼ਟ ਅਤੇ ਸਮਸ਼ਟ ਸੱਸਾ ਮੱਮਾ ਸੱਸਾ ਪੈਰ 'ਚ ਟੈਂਗਾ ਸਮਸ਼ਟ। ਇਸ ਕਰਕੇ ਪਾਠ ਉਹ ਸੋਧ ਲੈਣਾ। ਵੈਸ ਜਾਂ ਸਮਸ ਦੋ ਪਾਠ ਇੱਕ ਤਾਂ ਉਹ ਹੈ, ਅਤੇ ਉਹਦਾ ਅਰਥ ਹੀ ਵਿਅਸ਼ਟੀ ਅਤੇ ਸਮਸ ਦਾ ਅਰਥ ਸਮਸ਼ਟੀ, ਅਤੇ ਵਿਅਸ਼ਟ ਸਮਸ਼ਟ ਪਾਠ ਵੀ ਹੈ। ਇਸ ਕਰਕੇ ਇਹਨਾਂ ਦੋਨਾਂ ਪਾਠਾਂ ਨੂੰ ਜਾਣ ਲੈਣਾ। ਵਿਅਸ਼ਟ ਸਮਸ਼ਟ ਇਹ ਵੀ ਪਾਠ ਆ, ਅਤੇ ਵੈਸ ਸਮਸ ਇਹ ਵੀ ਪਾਠ ਆ। ਵਵਾ ਜਈਆ ਅਤੇ ਸੱਸਾ ਉਹ ਪੜ੍ਹਿਆ ਨਾ ਆਪਾਂ ਉਦੋਂ ਅਰਥ ਕੀਤਾ ਸੀ ਅਤੇ ਵਵਾ ਜਈਆ ਸੱਸੀ ਸਿਹਾਰੀ ਵੈਸ ਪੜ੍ਹਨਾ ਪਾਠ ਉਚਾਰਨ, ਸੱਸਾ ਮੱਮਾ ਸੱਸੀ ਸਿਹਾਰੀ ਸਮਸ ਅਤੇ ਅਰਥ ਹੈ ਵਿਅਸ਼ਟੀ ਅਤੇ ਸਮਸ ਅਰਥ ਸਮਸ਼ਟੀ। ਅਤੇ ਦੂਸਰਾ ਪਾਠ ਆ ਵਵਾ ਜਈਆ ਅੱਧਾ ਸੱਸਾ ਪੈਰ 'ਚ ਟੈਂਗਾ ਵਿਅਸ਼ਟ, ਸੱਸਾ ਮੱਮਾ ਸੱਸਾ ਪੈਰ 'ਚ ਟੈਂਗਾ ਸਮਸ਼ਟ। ਠੀਕ ਆ ਜੀ। ਹੁਣ ਅੱਗੇ ਪੜ੍ਹੀਏ ਕਿ ਮੂਰਖਾਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਪ੍ਰਕਾਸ਼ ਹੁੰਦਾ ਵੀ ਜਿਹੜਾ ਜੀਵ ਅਤੇ ਈਸ਼ਵਰ ਦਾ ਭੇਦ ਪਿਆ ਲੱਗਦਾ ਹੈ, ਭਾਵ ਪ੍ਰਤੀਤ ਹੋ ਰਹੇ ਆ। ਹੁਣ ਉਹ ਕਾਹਦੇ ਕਰਕੇ ਪ੍ਰਤੀਤ ਹੁੰਦੇ ਕਿ ਮਾਇਆ ਦੀ ਉਪਾਧੀ ਕਰਕੇ ਈਸ਼ਵਰ, ਅਤੇ ਅਵਿਦਿਆ ਦੀ ਉਪਾਧੀ ਕਰਕੇ ਜਿਹੜਾ ਹੈ ਵਿਦਿਆ ਵਿੱਚ ਮਿਲਣੇ ਕਰਕੇ ਵਿਦਿਆ ਦੀ ਉਪਾਧੀ ਨਾਲ ਜੀਵ ਪੈਦਾ ਹੋ ਰਿਹਾ, ਜੀਵ ਪ੍ਰਤੀਤ ਹੋ ਰਿਹਾ। ਕਹਿੰਦੇ ਆ ਤਦਪ ਵਿਮਲ ਲਖੇ ਤਿਹ ਨਰ ਦੁਖ। ਹੇ ਮਨ, ਕਹਿੰਦੇ ਆ ਵੀ ਹੇ ਮਨਾ, ਭਾਵੇਂ ਕਿ ਭੇਦ ਇਹ ਪ੍ਰਤੀਤ ਹੁੰਦਾ ਹੀ ਆ। ਤਦਬ ਕਹੀਏ ਤਾਂ ਵੀ, ਪਰ ਫਿਰ ਵੀ, ਤਦਬ ਦਾ ਅਰਥ ਤਦ ਤਾਂ ਵੀ ਜਾਂ ਫਿਰ ਵੀ, ਜਿਹੜੇ ਆ ਨਿਰਦੁਖ ਪਾਠ ਇਕੱਠਾ ਕਰ ਲੈਣਾ ਪਹਿਲੇ ਅਰਥ ਲਈ। ਫਿਰ ਵੀ ਕਹਿੰਦੇ ਨਿਰਦੁਖ ਜੋ ਬ੍ਰਹਮ ਵੇਤਾ ਪੰਡਿਤ ਹੈ। ਨਿਰਦੁਖ ਦਾ ਅਰਥ ਕੀ ਆ? ਦੁੱਖਾਂ ਤੋਂ ਰਹਿਤ ਹੋ ਕੇ। ਬ੍ਰਹਮ ਵੇਤੇ ਪੰਡਿਤ ਗਿਆਨੀ ਹੁੰਦੇ ਆ, ਅਸਲ ਗਿਆਨੀ ਸਾਡੇ ਵਰਗੇ ਨਹੀਂ, ਜਿਹੜੇ ਬ੍ਰਹਮ ਵੇਤਾ ਪੰਡਿਤ। ਕਹਿੰਦੇ ਫਿਰ ਵੀ ਜਿਹੜੇ ਨਿਰਦੁਖ ਕਹੀਏ ਬ੍ਰਹਮ ਵੇਤਾ ਪੰਡਿਤ ਆ, ਉਹ ਜਿਹੜੀਆਂ ਉਪਾਧੀਆਂ ਨਾ ਜੀਵ ਅਤੇ ਈਸ਼, ਉਹਨਾਂ ਉਪਾਧੀਆਂ ਨੂੰ, ਤਿਹ ਦਾ ਅਰਥ ਕੀ ਹੈ? ਤਿਸ ਉਪਾਧੀ ਭਾਵ ਜੀਵ ਈਸ਼ ਦੀ ਉਪਾਧੀ ਨੂੰ ਤਿਆਗ ਕਰਕੇ ਅਤੇ ਜਗਤ ਨੂੰ ਛੱਡ ਕਰਕੇ ਜਿਹੜਾ ਵਿਮਲ ਭਾਵ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਸੱਚ ਦਾ ਆਨੰਦ ਸਰੂਪ ਆ, ਉਹਨੂੰ ਲਖੇ ਕਹੀਏ ਜਾਣਦੇ। ਜਾਹੇ ਭਿਖੈ ਨਸ ਜਾਹੇ ਨਿਖਲ ਦੁਖ। ਜਾਹੇ ਭਿਖੇ ਕਹੀਏ ਵੀ ਜਿਸ ਸੱਚ ਆਨੰਦ, ਸੱਚ ਦਾ ਆਨੰਦ, ਸੱਚ ਚਿੱਦ ਆਨੰਦ ਸਰੂਪ ਨੂੰ ਭਿਖੇ ਕਹੀਏ ਦੇਖ ਕੇ ਹੀ ਨਾਸ ਹੋ ਜਾਂਦੇ ਆ। ਨਿਕਲ ਕਹੀਏ ਸਮੂਹ ਦੁੱਖ ਹੀ, ਦੁੱਖ ਕੀ ਜੋ ਸੰਸਾਰ ਰੂਪੀ ਦੁੱਖ ਆ, ਇਹ ਸਾਰਾ ਹੀ ਦੁੱਖ ਨਿਵਰਤ ਹੋ ਜਾਂਦਾ ਹੈ।
जिस सच आनंद स्वरूप ਨੂੰ ਜਾਣਦੇ ਆ ਨਾ, ਦੇਖਦੇ ਆ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਤੇ ਸੰਸਾਰ ਖਤਮ ਹੋ ਜਾਂਦਾ। ਸੰਸਾਰ ਹੈ ਹੀ ਦੁੱਖ ਰੂਪ, ਦੁੱਖ ਰੂਪ ਸੰਸਾਰ ਸਾਰਾ ਹੀ ਨਸ ਜਾਂਦਾ ਤੇ ਨਾਸ ਹੋ ਜਾਂਦਾ ਹੈ। ਜਾਸ ਲਾਭ ਕਰ ਲਾਭ ਅਪਰਨਾ, ਅਪਰਨਾ ਪਾਠ ਕਰਨ, ਅਪਰ ਭਾਵ ਹੋਰ ਨਾ ਕੋਈ ਨਹੀਂ, ਕਿ ਜਿਸ ਜਾਸ ਲਾਭ, ਜਿਸ ਦੀ ਲਾਭ ਕਹੀਏ ਪ੍ਰਾਪਤੀ, ਜਿਸ ਦੀ ਪ੍ਰਾਪਤੀ ਤੋਂ ਪਰੇ, ਜਿਸ ਦੀ ਪ੍ਰਾਪਤੀ ਕਰਕੇ ਲਾਭ ਅਪਰਨਾ, ਅਪਰਨਾ ਕਹੀਏ ਹੋਰ ਕੋਈ ਲਾਭ ਕਹੀਏ ਪ੍ਰਾਪਤੀ ਨਹੀਂ ਹੈ, ਇਹ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੈ। ਜਾ ਸੁਖ ਕਰ ਸੁਖ ਅਵਰਨ ਵਰਨਾ, ਫਿਰ ਜਿਸ ਸੱਚ ਚੇਤਨ ਆਨੰਦ ਰੂਪ ਜਾਂ ਬ੍ਰਹਮ ਸਰੂਪ ਜੋ ਸੁਖ ਰੂਪ ਹੈ, ਜਾਗ ਸੁਖ ਪਾ, ਜਿਸ ਸੁਖ ਰੂਪ ਬ੍ਰਹਮ ਦੀ ਪ੍ਰਾਪਤੀ ਕਰਕੇ ਐਸਾ ਸੁੱਖ ਪ੍ਰਾਪਤ ਹੁੰਦਾ ਵਾ ਵੀ ਸੁੱਖ ਅਵਰ ਨਾ ਵਰਨਾ, ਹੋਰ ਕੋਈ ਸੁੱਖ ਅਵਰ ਕਹੀਏ ਹੋਰ ਕੋਈ ਸੁੱਖ ਜਿਹੜਾ ਨਾ ਨਹੀਂ ਵਰਨਾ ਕਹੀਏ ਕਥਨ ਕੀਤਾ, ਵਰਣਨ ਕੀਤਾ। ਜਿਸ ਤਰ੍ਹਾਂ ਵੇਖੋ ਰੱਸੀ ਆ, ਰੱਸੀ ਨੂੰ ਜਦੋਂ ਦੇਖ ਲਈਦਾ ਗਿਆਨ ਕਰਕੇ, ਤੇ ਸੱਪ ਜਿਹੜਾ ਸਾਨੂੰ ਰੱਸੀ 'ਚ ਪ੍ਰਤੀਤ ਹੁੰਦਾ ਔਰ ਸੱਪ ਵਿੱਚੇ ਰੱਸੀ ਦੇ ਲੀਨ ਹੋ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਜਗਤ ਆ, ਜਿਹੜਾ ਬ੍ਰਹਮ ਉਹ ਰੱਸੀ ਦੀ ਨਿਆਈ ਆ, ਜਗਤ ਜਿਹੜਾ ਸੱਪ ਦੀ ਨਿਆਈ ਪ੍ਰਤੀਤ ਹੋ ਰਿਹਾ ਅਗਿਆਨ ਦੇ ਹਨੇਰੇ ਕਰਕੇ। ਜਦੋਂ ਗਿਆਨ ਕਰਕੇ ਉਸ ਬ੍ਰਹਮ ਰੂਪ ਰੱਸੀ ਨੂੰ ਵੇਖ ਲਈਦਾ ਤੇ ਫਿਰ ਸੰਸਾਰ ਨਹੀਂ ਰਹਿ ਜਾਂਦਾ, ਫਿਰ ਤੇ ਤੁਧ ਬਿਨ ਦੂਜਾ ਨਾ ਹੀ ਕੋਹੇ, ਤੇ ਫਿਰ ਉਹ ਸੰਸਾਰ ਰੂਪੀ ਸੱਪ ਬ੍ਰਹਮ ਰੂਪੀ ਰੱਸੀ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਿਵੇਂ ਰੱਸੀ ਨੂੰ ਜਾਣਿਆ ਸੱਪ ਦਾ ਦੁੱਖ ਨਿਵਰਤ ਹੋ ਜਾਂਦਾ, ਜਿੰਨਾ ਚਿਰ ਸੱਪ ਪ੍ਰਤੀਤ ਹੁੰਦਾ, ਜਦ ਦੁੱਖ ਹੁੰਦਾ ਨਾ ਡੰਗ ਮਾਰ ਦੂਗਾ ਸੱਪ ਹੈ, ਰੌਲਾ ਪੈ ਜਾਂਦਾ। ਪਰ ਜਦੋਂ ਗਿਆਨ ਹੁੰਦਾ ਵੀ ਨਹੀਂ ਇਹ ਤਾਂ ਰੱਸੀ ਆ, ਉਹ ਜਿਹੜਾ ਝੂਠਾ ਸੱਪ ਸੀ ਉਹਦਾ ਦੁੱਖ ਖਤਮ ਤੇ ਉਹਦਾ ਡਰ ਭੈ ਖਤਮ। ਇਸੇ ਤਰ੍ਹਾਂ ਸੰਸਾਰ ਰੂਪੀ ਜੋ ਸੱਪ ਆ ਇਹਦਾ ਦੁੱਖ ਨਿਵਰਤ ਹੋ ਜਾਂਦਾ ਬ੍ਰਹਮ ਰੂਪ ਰੱਸੀ ਦਾ ਗਿਆਨ ਹੋਣ ਕਰਕੇ। ਇਵੇਂ ਇਹ ਥੋੜ੍ਹਾ ਕਠਨ ਜਿਹਾ ਅਰਥ ਆ, ਅੱਖਰੀ ਅੱਖਰੀ ਕੀਤਾ ਵਾ। ਅਤੇ ਦੂਜਾ ਜਿਵੇਂ ਆਪਾਂ ਪਿੱਛੇ ਕਰਕੇ ਆਏ ਅਰਥ ਪਹਿਲੇ ਸ਼ਬਦ ਦਾ, ਉਹਦੇ ਮੁਤਾਬਕ ਇੱਦਾਂ ਜੋੜਨਾ, ਤਦਪ ਵਿਮਲ ਲਖੇ ਤੇ ਨਿਰ ਦੁੱਖ, ਨਿਰ ਦੁੱਖ ਭਾਵ ਜੋ ਦੁੱਖਾਂ ਤੋਂ ਰਹਿਤ ਆ। ਇਹਨੂੰ ਕਿੱਦਾਂ ਅਰਥ ਕਰਨਾ, ਇਹ ਮਨ ਭਾਵੇਂ ਇਹ ਭੇਦ ਪ੍ਰਤੀਤ ਹੁੰਦਾ ਹੀ ਜੋ ਪਰ ਦੱਸਿਆ ਵੀ ਮੂਰਖਾਂ ਦੇ ਹਿਰਦੇ ਵਿੱਚ ਜੀਵਿਸ਼ ਵਿਦਿਆ ਦੀ ਮਾਇਆ ਕਰਕੇ ਪਾਸ ਰਿਹਾ। ਕਹਿੰਦੇ ਤਦਪ, ਤਦਪ ਕਹਿੰਦੇ ਭਾਵੇਂ ਪ੍ਰਤੀਤ ਹੁੰਦਾ ਹੀ ਆ, ਤਦਪ ਕਹੀਏ ਫੇਰ ਵੀ, ਉਦੋਂ ਫੇਰ ਵੀ ਜੋ ਨਿਰਦੁੱਖ ਦੁੱਖਾਂ ਤੋਂ ਰਹਿਤ ਆ, ਅਤੇ ਇਹ ਕਹੀਏ ਉਹ ਜਾਂ ਉਸ ਵਿਮਲ ਕਹੀਏ ਨਿਰਮਲ ਸਰੂਪ ਨੂੰ, ਲਿਖੇ ਕਹੀਏ ਜਾਣਨਾ ਯੋਗੀ ਆ। ਕਹਿੰਦੇ ਵੀ ਭਾਵੇਂ ਮੂਰਖ ਜੀਵ ਵਿਸ਼ ਦੀ ਭੇਦਤਾ ਕਰਕੇ ਦੁੱਖ ਹੁੰਦਾ ਨਾ, ਕਹਿੰਦੇ ਫਿਰ ਵੀ ਜੋ ਦੁੱਖਾਂ ਤੋਂ ਰਹਿਤ ਆ, ਵਿਮਲ ਸਰੂਪ ਆ, ਉਜਲ ਸਰੂਪ ਆ, ਤੇ ਇਸ ਬ੍ਰਹਮ ਨੂੰ ਜਾਣਨਾ ਯੋਗੀ ਆ। ਕਿਉਂ? ਕਿਉਂਕਿ ਜਾਹੇ ਪਿਖੇ ਨਸ ਜਾਹੇ ਨਿਕਲ ਦੁੱਖ, ਜਾਹੇ ਕਹੀਏ ਜਿਸ ਦੇ ਪਿਖੇ ਕਹੀਏ ਵੇਖਣ ਕਰਕੇ ਨਿਕਲ ਕਹੀਏ ਸਾਰੇ ਹੀ ਦੁੱਖ ਨਸ ਜਾਂਦੇ ਆ ਤੇ ਨਾਸ ਹੋ ਜਾਂਦੇ। ਕਿਉਂਕਿ ਸਰੀਰ ਕਰਕੇ ਦੁੱਖ ਆ, ਜਦੋਂ ਆਤਮਾ ਨੂੰ ਜਾਣ ਲਈਏ ਨਾ ਆਪਣੇ ਹਿਰਦੇ ਵਿੱਚ, ਫਿਰ ਕੋਈ ਦੁੱਖ ਨਹੀਂ ਹੈ। ਦੁੱਖ ਜਿੰਨਾ ਚਿਰ ਸੰਸਾਰ ਨੂੰ ਵੇਖਦੇ ਉਹਨਾਂ ਚਿਰ ਆਪਣਾ ਪਰਾਇਆ ਪ੍ਰਤੀਤ ਹੁੰਦਾ, ਜਦੋਂ ਬ੍ਰਹਮ ਨੂੰ ਦੇਖਦੇ ਸਾਰੇ ਪਾਸੇ ਫਿਰ ਜਾਣੀਦਾ ਵੀ ਆਪਣਾ ਹੀ ਆ, ਆਪਾਂ ਹੀ ਆ, ਜਾਂ ਉਹ ਬ੍ਰਹਮ ਹੀ ਆ, ਆਪਾਂ ਤਾਂ ਹੈ ਹੀ ਨਹੀਂ ਆ, ਇੱਥੇ ਤਾਂ ਹੋਰ ਕੋਈ ਦੂਜਾ ਹੈ ਨਹੀਂ, ਫਿਰ ਦੁੱਖ ਨਹੀਂ ਹੁੰਦਾ। ਜਾਸ ਲਾਭ ਕਰ ਲਾਭ ਅਪਰਨਾ, ਜਾਸ ਕਹੀਏ ਜਿਸ ਲਾਭ ਨੂੰ ਪ੍ਰਾਪਤ ਕਰਨ ਕਰਕੇ ਕੋਈ ਹੋਰ ਲਾਭ ਲੈਣ ਦੀ ਇੱਛਾ ਨਹੀਂ ਹੁੰਦੀ। ਲਾਭ ਦਾ ਅਰਥ ਪ੍ਰਾਪਤੀ ਆ, ਅਤੇ ਵੀ ਜਿਸ ਦੀ ਪ੍ਰਾਪਤੀ ਕਰਕੇ ਹੋਰ ਕਿਸੇ ਅਪਰਨਾ ਹੋਰ ਨਹੀਂ ਕਿਸੇ ਪ੍ਰਾਪਤੀ ਦੀ ਜ਼ਰੂਰਤ ਰਹਿੰਦੀ। ਅਤੇ ਜਾਂ ਇੱਦਾਂ ਅਰਥ ਸੁੱਖ ਜਸ ਲਾਭ ਕਰਕੇ, ਜਿਸ ਦੇ ਲਾਭ ਕਰਕੇ ਲਾਭ ਅਪਰਨਾ ਹੋਰ ਕੋਈ ਲਾਭ ਹੀ ਨਹੀਂ, ਹੋਰ ਕੋਈ ਪ੍ਰਾਪਤੀ ਨਹੀਂ ਮਹਾ। ਜਾਂ ਸੁੱਖ ਕਰ ਸੁੱਖ ਅਵਰਨਾ ਵਰਨਾ, ਅਤੇ ਫਿਰ ਜਿਸ ਸੁੱਖ ਨੂੰ ਜਾਂ ਕਹੀਏ ਜਿਸ ਸੁੱਖ ਨੂੰ ਪ੍ਰਾਪਤ ਕਰਕੇ ਅਵਰਨਾ ਕਹੀਏ ਹੋਰ ਕੋਈ ਵੀ ਜਿਹੜਾ ਨਹੀਂ ਸੁੱਖ ਕਿਹਾ ਜਾਂਦਾ, ਹੋਰ ਕੋਈ ਸੁੱਖ ਨਹੀਂ ਕਿਹਾ ਜਾਂਦਾ।
ਅਵਰਨਾ ਭਾਵ ਹੋਰ ਨਹੀਂ ਸੁੱਖ ਜਿਹੜਾ ਵਰਨਾ ਕਹੀਏ ਵਰਣਨ ਕੀਤਾ ਜਾਂਦਾ ਕਿਹਾ ਜਾਂਦਾ ਮਹਾਨ ਸੁੱਖ ਇਹੋ ਹੀ ਹੈ। ਜਿਸ ਬ੍ਰਹਮ ਸਰੂਪ ਨੂੰ ਦੇਖਿਆ ਸਾਰੇ ਦੁੱਖ ਦੂਰ ਹੋ ਜਾਂਦੇ। ਇਹਦੇ ਵਰਗਾ ਕੋਈ ਸੁੱਖ ਨਹੀਂ। ਦੁਨਿਆਵੀ ਸੁੱਖ ਦੇ ਖਿਨ ਭੰਗਰ ਹੈ। ਏਕ ਬਾਰ ਹੋਇਆ ਦਰਸ਼ਨ ਜਾ ਕੋ, ਇੱਕ ਵਾਰੀ ਵੀ ਕਹਿੰਦੇ ਹੋ ਜਾਵੇ ਜਾ ਕੋ ਕਈ ਜਿਸ ਦਾ ਦਰਸ਼ਨ। ਇੱਕ ਵਾਰ ਵੀ ਹੋਇਆ ਕਈ ਹੋ ਜਾਵੇ ਨਾ ਦਰਸ਼ਨ ਜਾ ਕੋ ਜਿਸ ਦਾ, ਵੇਖਣ ਯੋਗ ਰਹੇ ਪੁਨ ਨਾ ਕੋ, ਤਾਂ ਫਿਰ ਹੋਰ ਕੋਈ ਪਦਾਰਥ ਦੇਖਣ ਯੋਗ ਹੀ ਨਹੀਂ ਰਹਿ ਜਾਂਦਾ। ਇਹੋ ਜਿਹਾ ਬ੍ਰਹਮ ਐਸਾ ਕਿ ਜਿਸ ਬ੍ਰਹਮ ਨੂੰ ਇੱਕ ਵਾਰ ਵੇਖ ਲਈਏ ਸੱਚਿਤ ਆਨੰਦ ਸਰੂਪ ਨੂੰ, ਆਪਣੇ ਆਤਮ ਸਰੂਪ ਨੂੰ, ਬ੍ਰਹਮ ਸਰੂਪ ਨੂੰ, ਤੇ ਜਿਸ ਦਾ ਇੱਕ ਵਾਰ ਦਰਸ਼ਨ ਹੋ ਜਾਵੇ ਨਾ ਇਹੋ ਜਿਹਾ ਵੇਖਣ ਯੋਗ ਰਹੇ। ਵੇਖਣ ਯੋਗ ਰਹਿੰਦਾ ਨਹੀਂ ਹੈ ਪੁੰਨ ਕਹੀਏ ਫਿਰ ਨਾ ਕੋ ਨਹੀਂ ਕੋਈ ਹੋਰ ਕੋਈ ਵੇਖਣ ਯੋਗ ਰਹਿ ਹੀ ਨਹੀਂ ਜਾਂਦਾ। ਫਿਰ ਜਾ ਸਰੂਪ ਹੋਏ ਗਏ ਕਰ ਭਵ ਮਾਹੀ, ਜਾ ਸਰੂਪ ਤੇ ਕਹਿੰਦੇ ਜਿਸ ਦਾ ਸਰੂਪ ਹੋਏ ਕਹੀਏ ਹੋਣ ਕਰਕੇ ਜਾਂ ਹੋ ਜਾਣ ਕਰਕੇ, ਜਾ ਸਰੂਪ ਜਿਸ ਦਾ ਸਰੂਪ ਹੋ ਜਾਣ ਕਰਕੇ ਭਾਵ ਮਾਹੀ, ਇਹ ਭਾਵ ਮਾਹੀ ਗਈ ਸੰਸਾਰ ਦੇ ਮਾਹੀ ਕਹੀਏ ਵਿੱਚ ਇਤਰ ਰੂਪਨ ਹੋਵੇ ਨਹੀਂ। ਫਿਰ ਜੀਵ ਹੋਰ ਕੋਈ ਰੂਪ ਹੁੰਦਾ ਹੀ ਨਹੀਂ ਹੈ। ਇਤਰ ਨਾਮ ਕੀ ਆ ਹੋਰ ਦਾ, ਹੋਰ ਰੂਪ ਪੁੰਨ ਕਹੀਏ ਫਿਰ ਹੋਵੇ ਨਹੀਂ, ਹੁੰਦਾ ਹੀ ਨਹੀਂ ਹੈ। ਫਿਰ ਨਹੀਂ ਹੋਵੇਗਾ ਜਾਂ ਤੂੰ ਇਤਰ ਰੂਪ, ਇਤਰ ਕਹੀਏ ਹੋਰ ਰੂਪ ਫਿਰ ਹੋਵੇਗਾ ਹੀ ਨਹੀਂ ਤੂੰ। ਜਾ ਸਰੂਪ ਹੋਏ ਕਰ ਭਾਵ ਮਾਹੀ, ਕਹਿੰਦੇ ਜਿਸ ਦਾ ਸਰੂਪ ਹੋ ਜਾਣ ਕਰਕੇ ਫਿਰ ਭਾਵ ਮਾਹੀ ਸੰਸਾਰ ਦੇ ਵਿੱਚ ਤੂੰ ਹੋਰ ਰੂਪ ਨਹੀਂ ਹੋਵੇਗਾ। ਭਾਵ ਤੂੰ ਮੁਕਤ ਸਰੂਪ ਹੋ ਜਾਏਗਾ ਤੇ ਮੁਕਤੀ ਸਰੂਪ ਨੂੰ ਪ੍ਰਾਪਤ ਕਰਨੇ ਕਰਕੇ ਕੋਈ ਹੋਰ ਰੂਪ ਨਹੀਂ ਹੋਏਗਾ। ਭਾਵ 84 ਲੱਖ ਜੂਨ 'ਚ ਨਹੀਂ ਪਏਗਾ। ਗੇੜਾ ਮੁੱਕ ਹੀ ਜਾਂਦਾ ਤੇ ਉਹ ਆਪਣੇ ਆਤਮ ਸਰੂਪ ਨੂੰ ਜਾਣਿਆ ਜਦੋਂ ਜਾਣ ਲਿਆ ਵੀ ਮੇਰਾ ਆਪਾ ਹੀ ਹੈ। ਜਬ ਆਪਾ ਫਿਰਕਾ ਮਿਟ ਗਿਆ, ਜਦ ਦੇਖੋ ਤਾਂ ਤੂੰ ਹੀ ਹੈ, ਤੂੰ ਹੀ। ਜਦੋਂ ਇਹੋ ਜਿਹਾ ਬ੍ਰਹਮ ਗਿਆਨ ਹੋ ਜਾਂਦਾ ਤਾਂ ਫਿਰ 84 ਲੱਖ ਦਾ ਗੇੜਾ ਜਿਹੜਾ ਖਤਮ ਹੋ ਜਾਂਦਾ ਹੈ। ਫਿਰ ਇਤਰ ਰੂਪ ਹੋਰ ਰੂਪ ਹੋਣ ਦੀ ਕੀ ਜ਼ਰੂਰਤ ਆ। ਕਹਿੰਦੇ ਇਤਰ ਰੂਪ ਹੋਰ ਤੋਂ ਰੂਪ ਹੋਵੇਗਾ ਹੀ ਨਹੀਂ। ਜੋ ਸਰ ਬੇਕ ਸਮਾਨ ਸਮਾਨਾ, ਫਿਰ ਹੋਰ ਸੁਣ ਮਨਾ ਚਾਹੇ ਜੀਵ, ਜੋ ਸਰਬ ਏਕ, ਸਰਬ ਤੇ ਲਾਵਾਂ ਵਿੱਚੋਂ ਨਿਕਲ ਗਈ ਏੜੀ ਬਣ ਗਿਆ ਏਕ। ਕਹਿੰਦੇ ਵੀ ਜੋ ਵੇਖੋ ਬ੍ਰਹਮ ਜਾਂ ਆਤਮਾ ਸਰਬ ਏਕ, ਸਰਬ ਕੀ ਸਾਰਿਆਂ ਦੇ ਵਿੱਚ ਇੱਕ ਸਮਾਨ ਹੀ ਸਮਾਨਾ ਕਹੀਏ ਸਮਾਇਆ ਹੋਇਆ। ਤੋ ਮੈਂ ਪੀ ਸੋ ਰਮਿਓ ਨ ਆਨਾ, ਤੇ ਇਸ ਕਰਕੇ ਮਨਾ ਤੂੰ ਕੀ ਉਲਟਾ ਸੋਚਦਾ ਵੀ ਮੈਂ ਵੱਖਰਾ ਨਹੀਂ। ਕਹਿੰਦੇ ਤੋ ਮੈਂ, ਤੋ ਕਹੀਏ ਤੋ ਕਿ ਤੇਰੇ ਤੇ ਮੈਂ ਕਹੀਏ ਵਿੱਚ, ਤੇਰੇ ਵਿੱਚ ਵੀ ਸੋ ਉਹੋ ਹੀ ਬ੍ਰਹਮ ਜਿਹੜਾ ਜੋ ਸਾਰੇ ਰਮਿਆ ਉਹੀ ਰਮਿਆ ਨਾ ਆਨਾ, ਹੋਰ ਨਹੀਂ ਰਮਿਆ ਕੋਈ ਹੋਰ ਨਹੀਂ। ਜੋ ਸਾਰਿਆਂ ਵਿੱਚ ਉਹੀ ਤੇਰੇ ਵਿੱਚ ਰਮਿਆ ਹੋਇਆ। ਉਹ ਕੋਈ ਤੂੰ ਤੋਂ ਬਾਹਰ ਥੋੜ੍ਹੀ ਹੈ ਕੋਈ। ਇਹੋ ਵੇ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨਾਂ ਨਾ ਕੋਈ ਤੇਰੇ 'ਚ ਵੱਖਰਾ ਨਹੀਂ ਹੈ, ਦੂਜਿਆਂ 'ਚ ਵੱਖਰਾ ਨਹੀਂ। ਜੋ ਸਾਰਿਆਂ 'ਚ ਰਮਿਆ ਉਹੀ ਤੇਰੇ 'ਚ ਰਮਿਆ ਹੋਇਆ। ਤੂੰ ਨਾ ਸਰਬ ਤੇ ਆ ਤਜ ਜਾ ਤੇ ਤੂੰ ਨਾ, ਤੇ ਤੂੰ ਨਾ ਸਰਬ ਦੇ ਅੰਤਜ ਜਾਤੇ। ਅੰਤਜ ਦਾ ਅਰਥ ਆ ਅਨ ਹੋਰ, ਅੰਤਜ ਅਰਥ ਹੈ ਵੱਖਰਾ। ਇਸ ਕਰਕੇ ਕਹਿੰਦੇ ਵੀ ਜਾਤੇ, ਜਦ ਕਹੀਏ ਜਿਸ ਵਾਸਤੇ ਜਾਂ ਜਿਸ ਜਾਤ ਕਹੀਏ ਜਿਸ ਕਰਕੇ, ਤੇ ਇਹਦਾ ਅਰਥ ਹੁੰਦਾ ਕਰਕੇ ਬਹੁਤਾ, ਜ਼ਿਆਦਾ ਅਰਥ ਹੁੰਦਾ ਜਿਸ ਕਰਕੇ ਤੂੰ ਕਹਿੰਦੇ ਇਹ ਸਰਬ ਤੇ ਸਾਰਿਆਂ ਤੇ ਕਹੀਏ ਤੋਂ ਸਾਰਿਆਂ ਤੋਂ ਅਨਤਜ ਕਹੀਏ ਵੱਖਰਾ ਨਾ ਕਹੀਏ ਨਹੀਂ ਹੈ। ਜਿਸ ਕਰਕੇ ਤੂੰ ਸਾਰੇ ਤੋਂ ਵੱਖਰਾ ਨਹੀਂ ਹੈ। ਵਹੀ ਰੂਪ ਤਵ ਨਿਸ਼ਚੇ ਤਾਂ ਤੇ ਕਹੀਏ ਇਸੇ ਕਰਕੇ ਹੀ
ਕਹਿੰਦੇ ਤੂੰ ਵੀ ਜਿਹੜਾ ਵਾ ਸਾਰਿਆਂ ਵਿੱਚ ਪੂਰਨ ਹੀ ਹੋ ਰਿਹਾ। ਵਹੀ ਰੂਪ ਤਵ ਨਿਸ਼ਚੈ ਤਾਤੇ ਕਹੀਏ ਇਸ ਕਰਕੇ, ਜਿਸ ਕਰਕੇ ਤੂੰ ਸਾਰੇ ਤੋਂ ਵੱਖਰਾ ਨਹੀਂ, ਤੇ ਇਸ ਕਰਕੇ ਜਾਂ ਤੇਸੇ ਕਰਕੇ ਕਹਿੰਦੇ ਤਵ ਕਹੀਏ ਤੇ ਤਵ ਜਿਹੜਾ ਤੇਰਾ ਵੀ ਕਹਿੰਦੇ ਜਿਹੜਾ ਰੂਪ ਆ ਜਸ ਰੂਪ ਆ, ਵਹੀ ਕਹੀਏ ਉਹੀ ਆ। ਨਿਸ਼ਚੈ ਰੂਪ ਤੂੰ ਜਾਣ ਲਾ, ਨਿਸ਼ਚੈ ਤਾਂ ਇਸ ਕਰਕੇ ਨਿਸ਼ਚੈ ਕਰਕੇ ਤੂੰ ਜਾਣ ਲਾ। ਵਹੀ ਰੂਪ ਤਵ, ਵਹੀ ਉਹੀ ਰੂਪ ਤੇਰਾ ਆ। ਤੂੰ ਸਾਰੇ ਦਾ ਵੱਖਰਾ ਨਹੀਂ ਆ ਬਾਬਾ, ਤੂੰ ਵੀ ਬ੍ਰਹਮ ਸਰੂਪ ਹੀ ਆ। ਜਿਸ ਕਰਕੇ ਤੇਰਾ ਵੀ ਉਹੀ ਰੂਪ ਨਿਸ਼ਚੈ ਕੀਤਾ ਗਿਆ, ਤੇ ਤੂੰ ਵੀ ਨਿਸ਼ਚੈ ਕਰ ਲਾ, ਯਕੀਨ ਕਰ ਲਾ ਕਿ ਤੇਰਾ ਜਿਹੜਾ ਸਰੂਪ ਕੀ ਸਰੂਪ ਆ, ਵਹੀ ਉਹੀ ਬ੍ਰਹਮ ਸਰੂਪ ਆ। ਉਹ ਦੂਜਿਆਂ ਤੋਂ ਵੱਖਰਾ ਨਹੀਂ, ਤੂੰ ਵੱਖਰਾ ਨਹੀਂ। ਬ੍ਰਹਮ ਸਰਬ ਮੈਂ ਪੂਰਨ ਜੈਸੇ ਕਹੀਏ ਕਹਿੰਦੇ ਜਿਸ ਤਰ੍ਹਾਂ ਬ੍ਰਹਮ ਜਿਹੜਾ ਵਾ ਸਰਬ ਮੈਂ ਸਾਰਿਆਂ ਵਿੱਚ ਪੂਰਨ ਕਈ ਪਰਿਪੂਰਨ ਹੈ, ਵਿਆਪਕ ਆ। ਸਰਬ ਵਿਖੇ ਤੁਮ ਪੂਰਨ ਤੈਸੇ, ਸਰਬ ਵਿਖੇ ਸਾਰਿਆਂ ਦੇ ਵਿੱਚ ਤੂੰ ਕਹੀਏ ਤੂੰ ਵੀ ਪੂਰਨ ਆ। ਤੈਸੇ ਕਹੀਏ ਤੈਸੇ ਤਰ੍ਹਾਂ ਹੀ, ਜਿਸ ਤਰ੍ਹਾਂ ਬ੍ਰਹਮ ਸਾਰਿਆਂ ਵਿੱਚ ਪਰਿਪੂਰਨ ਆ, ਤੈਸੇ ਕਹੀਏ ਉਸੇ ਤਰ੍ਹਾਂ ਹੀ ਸਾਰਿਆਂ ਵਿੱਚ ਤੂੰ ਵੀ ਪਰਿਪੂਰਨ ਆ, ਵਿਆਪਕ ਆ। ਕਿਉਂਕਿ ਆਤਮਾ ਪਰਮਾਤਮਾ ਤੋਂ ਵੱਖਰੀ ਨਹੀਂ ਨਾ, ਤੇਰੇ 'ਚ ਹੀ ਆਤਮਾ ਤੇ ਤੇਰਾ ਆਪਾ ਹੀ ਹੈ ਨਾ, ਸਾਰੇ ਪਾਸੇ ਵਰਤ ਰਿਹਾ। ਜਾਂ ਤੇ ਸਰੋਤ ਤਵ ਬ੍ਰਹਮ ਬਖਾਨਾ, ਜਾਂ ਤੇ ਕਹੀਏ ਜਿਸ ਕਰਕੇ ਹੁਣੇ ਦੱਸਿਆ ਨਾ ਉੱਪਰ ਵੀ, ਜਿਸ ਕਰਕੇ ਸਰੋਤ ਕਹੀਏ ਵੇਦ ਨੇ, ਸੁਰਤੀਆਂ ਨੇ, ਤਵ ਕਹੀਏ ਤੈਨੂੰ ਬ੍ਰਹਮ ਜਿਹੜਾ ਬਖਾਨਾ ਕਹੀਏ ਕਥਨ ਕੀਤਾ, ਬ੍ਰਹਮ ਦੀ ਅੰਸ਼ ਹੀ ਕਥਨ ਕੀਤਾ। ਗੁਰਬਾਣੀ 'ਚ ਹੁੰਦਾ ਨਾ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਰਾਮ ਦੀ ਹੀ ਅੰਸ਼ ਹੈ, ਪਰਮਾਤਮਾ ਦੀ ਅੰਸ਼ ਹੈ। ਤੇ ਬਾਰ ਬਾਰ ਦੁੱਖ ਵਿੱਚ ਉਹੀ ਉਚਾਰਨ ਕਰ ਰਿਹਾ ਵੀ ਤੁਧ ਬਿਨ ਦੂਜਾ ਨਾਹੀਂ ਕੋਈ। ਇਸੇ ਕਰਕੇ ਕਹਿੰਦੇ ਸੁਰਤੀਆਂ ਵਿੱਚ, ਵੇਦਾਂ ਵਿੱਚ ਤਵ ਕਹੀਏ ਤੈਨੂੰ ਬ੍ਰਹਮ ਹੀ ਕਥਨ ਕੀਤਾ ਹੈ। ਤਾਂ ਤੇ ਤਵ ਬਪ ਵਿਆ ਭਵ ਨਾਨਾ, ਇੱਥੇ ਵਿਆਹ ਭਾਵ ਪਾਠ ਸ਼ੁੱਧ ਆ ਅਸਲ ਵਿੱਚ। ਕਈ ਵਵਾ ਕਟਾ ਕੇ ਯਾ ਭਾਵ ਨਾਨਾ ਪਾਠ ਵੀ ਕਰਾ ਦਿੰਦੇ, ਉਹ ਦੂਜਾ ਪਾਠ ਸਮਝ ਲਓ। ਵਿਆਹ ਭਾਵ ਪਾਠ ਵੀ ਹੈਗਾ ਆ, ਮੁੱਖ ਪਾਠ ਇਹੀ ਹੈ ਜੋ ਲਿਖਿਆ। ਤਾਂ ਤੇ ਕਹੀਏ ਇਸ ਕਰਕੇ, ਜਾਂ ਤੇ ਜਿਵੇਂ ਹੁੰਦਾ ਜਿਸ ਕਰਕੇ, ਤਾਂ ਤੇ ਕਹੀਏ ਇਸ ਕਰਕੇ ਤਵ ਜਿਹੜਾ ਤੇਰਾ ਬਾਪ ਕਹੀਏ ਸਰੀਰ ਆ, ਸਰੀਰ ਤੋਂ ਹੀ ਵਿਆਹ ਕਹੀਏ ਪੈਦਾ ਹੋਇਆ, ਭਾਵ ਕਹੀਏ ਸੰਸਾਰ ਤੇਰੇ ਸਰੀਰ ਤੋਂ ਹੀ ਸੰਸਾਰ ਜਿਹੜਾ ਉਹ ਵਿਆਹ ਕਹੀਏ ਪੈਦਾ ਹੋਇਆ। ਕਿੱਦਾਂ ਦਾ? ਨਾਨਾ ਪ੍ਰਕਾਰ ਦਾ, ਅਨੇਕ ਤਰ੍ਹਾਂ ਦਾ। ਤੇ ਤਾਂ ਤੇ ਤਵ ਭਾਵ ਯਾ ਭਾਵ ਨਾ ਨੇ, ਇੱਦਾਂ ਅਰਥ ਵੀ ਲੱਗ ਜਾਂਦਾ। ਵਵਾ ਕੱਟ ਕੇ ਨਾ ਪਾਠ, ਤੇ ਯਾ ਭਾਵ ਨਾ। ਤਾਂ ਤੇ ਕਹੀਏ ਇਸੇ ਕਰਕੇ ਤੇਰਾ ਜਿਹੜਾ ਬਾਪ ਸਰੀਰ ਆ, ਉਹ ਤੇਰਾ ਜਿਹੜਾ ਸਰੀਰ ਆ, ਜਾਂ ਕਹੀਏ ਇਸੇ ਕਰਕੇ ਤੇਰਾ ਜਿਹੜਾ ਸਰੀਰ ਆ, ਜਾਂ ਭਾਵ ਇਹ ਜਿਹੜਾ ਸੰਸਾਰ ਆ, ਤਾਂ ਤੇ ਤਵ ਬਾਪ ਤੇਰਾ ਜਿਹੜਾ ਇਸੇ ਕਰਕੇ ਤੇਰਾ ਜਿਹੜਾ ਸਰੀਰ ਤੋਂ ਹੀ ਜਾਂ ਇਹ ਜਿਹੜਾ ਭਾਵ ਸੰਸਾਰ ਆ ਨਾਨਾ ਪ੍ਰਕਾਰ ਦਾ ਪੈਦਾ ਹੀ ਹੋਇਆ। ਠੀਕ ਹੈ ਜੀ। ਭਾਵ ਤੇਰੇ ਤੋਂ ਹੀ, ਮਤਲਬ ਤੇਰੇ ਤੋਂ ਹੀ ਪਸਾਰਾ ਹੈ। ਕਿੱਦਾਂ ਮਤਲਬ ਸਮਝਣਾ, ਸੰਸਾਰ ਤੇ ਜਦੋਂ ਕਹਿਣਾ ਪੈ ਜਾਂਦਾ, ਪਰ ਅਸਲ ਵਿੱਚ ਜਦੋਂ ਉਹ ਬ੍ਰਹਮ ਸਾਰੇ ਪਾਸੇ ਵਿਆਪਕ ਗਿਆ ਤੇ ਉਸੇ 'ਚ ਹੀ ਆਪਣਾ ਆਤਮਾ ਹੋਣ ਡਿਆ ਨਾ, ਤੇ ਮਤਲਬ ਕਿਤੇ ਮਤਲਬ ਤੇਰਾ ਆਪਾ ਹੀ ਸਾਰੇ ਥਾਂ ਪਸ ਰਿਹਾ ਹੋਇਆ, ਤੇਰਾ ਆਪਾ ਹੀ ਖਿਲ ਰਿਹਾ ਹੋਇਆ। ਜਿਸ ਬ੍ਰਹਮ ਤੋਂ ਕੋਈ ਚੀਜ਼ ਵੇਖੋ ਖਾਲੀ ਹੈ ਹੀ ਨਹੀਂ ਆ, ਉਹਦੇ ਵਿੱਚ ਹੀ ਸਰੀਰ ਆਉਂਦੇ ਆ, ਤੇ ਉਹ ਫਿਰ ਉਹ ਵੱਖਰਾ ਜਦੋਂ ਵਿਆਪਕ ਹੈ ਫਿਰ ਵੱਖਰਾ ਨਹੀਂ ਨਾ ਹੋ ਸਕਦਾ। ਉਹ ਇਕੱਠਾ ਹੀ ਹੈ ਨਾ, ਉਹ ਇਕੱਠਾ ਹੀ ਹੈ। ਜਦੋਂ ਇਕੱਠਾ ਹੀ ਹੈ
ਤੇ ਉਹਦੀ ਕਿੱਥੋਂ ਪੈਦਾਇਸ਼ ਸ਼ੁਰੂ ਹੋਈ, ਕਿੱਥੇ ਖਤਮ, ਵਿੱਚ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈ। ਭਾਵ ਇਹ ਜਿਹੜਾ ਨਾਨਾ ਪ੍ਰਕਾਰ ਦਾ ਸਰੀਰ ਆ, ਇਹ ਜਿਹੜਾ ਪ੍ਰਤੀਤ ਹੋਣ ਡਿਆ ਤੇਰੇ ਸਰੀਰ ਤੋਂ ਹੀ ਪ੍ਰਤੀਤ ਹੋਣ ਡਿਆ, ਭਾਵ ਤੇਰੇ ਸਰੀਰ ਤੋਂ ਹੀ ਪੈਦਾ ਹੋਇਆ, ਭਾਵ ਤੇਰੇ ਤੋਂ ਹੀ ਪੈਦਾ ਹੋਇਆ ਵਾ। ਅਸਲ ਵਿੱਚ ਤੇ ਬ੍ਰਹਮ ਤੋਂ ਹੀ ਸਭ ਕੁਝ ਪੈਦਾ ਹੋਇਆ। ਇਹ ਤੇਰਾ ਸਰੀਰ ਵੀ ਮਤਲਬ ਬ੍ਰਹਮ ਤੋਂ ਵੱਖਰੇ ਨਾ ਹੋਣੇ ਕਰਕੇ ਮੰਨ ਲਾ ਵੀ ਤੇਰੇ ਸਰੀਰ ਤੋਂ ਹੀ ਸਭ ਕੁਝ ਪੈਦਾ ਹੋਇਆ ਵਾ। ਹਾਂਜੀ, ਅੱਗੇ ਪੂਤਨ ਨੂੰ ਕਹਿ ਪੂਤ ਅਮੂਤਨ। ਅਗਲਾ ਛੰਦ ਲਿਖਦੇ ਆ ਕਿ ਹੇ ਮਨ, ਤੇਰਾ ਜਿਹੜਾ ਇਹ ਸਰੀਰ ਆ, ਮਨ ਦਾ ਅਰਥ ਜੀਵ ਦੇ, ਜੀਵ ਜਿਹੜਾ ਤੇਰਾ ਸਰੀਰ ਹੈ, ਜਾਂ ਇਹ ਮਨ ਆ ਤੇਰਾ ਜਿਹੜਾ ਸਰੀਰ ਤੈਨੂੰ ਦਿਖ ਰਿਹਾ, ਇਹ ਤੱਤਾਂ ਦਾ ਪੂਤ ਕਹੀਏ ਪੁੱਤਰ ਕਾਰਜ ਆ, ਇਸ ਕਰਕੇ ਅਮੂਤਨ ਕਹੀਏ ਜੜ ਹੈ। ਪੂਤਨ ਨੂੰ ਕਹੇ ਪੂਤ ਅਮੂਤਨ। ਪੂਤ ਦਾ ਅਰਥ ਪੁੱਤਰ ਤੇ ਜਾਂ ਪੂਤ ਦਾ ਅਰਥ ਹੁੰਦਾ ਕਾਰਜ। ਪੂਤਨ ਨਾਮ ਤੱਤਾਂ ਦਾ, ਭੂਤਾਂ ਦਾ ਹੈ ਇਹ ਕਾਰਜ, ਇਸ ਕਰਕੇ ਅਮੂਤਨ ਕਹੀਏ ਇਹ ਜੜ ਹੈ। ਕਿਉਂਕਿ ਭੂਤ ਜਿਹੜੇ ਜੜ ਆ, ਜੜ ਪਰਿਣਾਮ ਨਾਸ ਹੈ ਮ੍ਰਿਦ ਜਨ। ਤੇ ਜਿਹੜਾ ਹੈ ਆਪਣਾ ਇੱਥੇ ਪਰਨਾਸ ਲਿਖਿਆ, ਇੱਥੇ ਪਰਨਾਸ ਦੀ ਥਾਂ ਪਾਠ ਹੈ ਪਰਨਾਮ। ਤੇ ਕਿਉਂਕਿ ਵੇਖੋ ਸਰੀਰ ਕਹਿੰਦੇ ਜੜ ਆ, ਹਾਂਜੀ, ਤੇ ਸਰੀਰ ਦਾ ਕਾਰਨ ਰੂਪ ਹੀ ਜਦੋਂ ਜਿਹੜੇ ਤੱਤ ਆ ਕਾਰਨ ਆ, ਸਰੀਰ ਕਮੀ ਕਾਰਜ ਆ, ਤੱਤ ਕਾਰਨ ਆ, ਤੇ ਉਹ ਕਾਰਨ ਰੂਪ ਤੱਤ ਹੀ ਜੜ ਹਨ। ਤੇ ਫਿਰ ਜੜ ਜਿਹੜੇ ਪਦਾਰਥ ਆ ਉਹ ਬਦਲਣ ਵਾਲਾ ਹੁੰਦਾ। ਪਰਿਣਾਮ ਹੁੰਦਾ ਬਦਲਣਾ, ਪਰਿਣਾਮ ਦਾ ਅਰਥ ਹੁੰਦਾ ਬਦਲਣਾ। ਜੜ ਹੋਣੇ ਕਰਕੇ ਪਰਿਣਾਮ ਇਹ ਬਦਲਣ ਵਾਲਾ ਹੈ। ਫਿਰ ਇਸ ਕਰਕੇ ਜਿਹੜਾ ਇਹ ਸਰੀਰ ਆ ਸਦਾ ਹੀ ਬਲਦਾ ਰਹਿੰਦਾ, ਬਦਲਦਾ ਰਹਿੰਦਾ ਵਾ। ਕਿਉਂਕਿ ਇਹਦੇ ਵਿੱਚ ਬਚਪਨਾ, ਜਵਾਨੀ, ਵਡੇਪਾ, ਸਰੀਰ ਫਰਕ ਪੈਂਦਾ ਨਾ, ਵਾਧਾ ਛੋਟਾ ਹੈ ਨਾ, ਧਰਮ ਛੇ ਧਰਮ ਇਹਦੇ, ਇਸ ਕਰਕੇ ਸਰੀਰ ਸਦਾ ਜਿਹੜਾ ਬਦਲਦਾ ਰਹਿੰਦਾ। ਫਿਰ ਇਹ ਕੀ ਆ, ਇੱਕ ਤਾਂ ਸਰੀਰ ਪੰਜਾਂ ਭੂਤਾਂ ਦਾ ਹੈ ਤੇ ਪੰਜਾਂ ਭੂਤਾਂ ਦਾ ਕਾਰਜ ਤੇ ਭੂਤ, ਤੇ ਇਸ ਕਰਕੇ ਅਮੂਤਨ ਕੀ ਜੜ ਆ। ਤੇ ਕਿਉਂਕਿ ਜੜ ਜਿਹੜਾ ਹੈ ਜਦੋਂ ਤਾਤੀ ਜੜ ਆ ਤੇ ਉਹਦਾ ਕਾਰਜ ਰੂਪ ਵੀ ਜੜ ਆ, ਤੇ ਫਿਰ ਇਹ ਪਰਿਣਾਮ ਕਹੀਏ ਬਦਲਣ ਵਾਲਾ, ਬਦਲਦਾ ਰਹਿੰਦਾ, ਛੋਟੇ ਤੋਂ ਵੱਡਾ, ਵੱਡੇ ਤੋਂ ਫਿਰ ਚਿੜਚਿੜਾ ਜਿਹਾ ਹੋ ਜਾਂਦਾ, ਸਰੀਰ ਕਿੱਦਾਂ ਦਾ ਹੋ ਜਾਂਦਾ ਹੈ। ਫਿਰ ਨਾਸ ਹੈ, ਨਾਸ ਰੂਪ ਹੈ। ਤੇ ਮ੍ਰਿਦ ਜਾਨ, ਮ੍ਰਿਦ ਜਾਨ ਦਾ ਅਰਥ ਆ ਮਿੱਟੀ ਤੋਂ ਪੈਦਾ ਹੋਇਆ ਘੜਾ। ਫਿਰ ਮਿੱਟੀ ਦੇ ਘੜੇ ਵਾਂਗ ਨਾਸ ਰੂਪ ਆ, ਨਾਸ ਰੂਪ ਆ ਤੇ ਮਿੱਟੀ ਦੇ ਘੜੇ ਵਾਂਗੂ, ਮਿੱਟੀ ਦੇ ਘੜੇ ਵਾਂਗੂ ਨਾਸ ਰੂਪ ਆ। ਇਹ ਮਿੱਟੀ ਦਾ ਘੜਾ ਨਾਸ ਹੁੰਦਾ ਨਾ, ਬਣਾਇਆ ਜਾਂਦਾ ਮਿੱਟੀ ਦਾ ਘੜਾ ਘੁਮਿਆਰ ਪਾਸੋਂ ਚੱਕ ਤੇ ਰੱਖ ਕੇ, ਫਿਰ ਜਦੋਂ ਉਹ ਬਣ ਜਾਂਦਾ ਫਿਰ ਟੁੱਟ ਜਾਂਦਾ। ਇਸ ਕਰਕੇ ਨਾਸ ਰੂਪ ਸਰੀਰ ਹੈ। ਜਗ ਰਚਨਾ ਸਭ ਝੂਠੀ ਆ ਤੇ ਸਦਾ ਰਹਿਣ ਵਾਲਾ ਨਹੀਂ, ਸੁਪਨੇ ਜੋ ਸੰਸਾਰ ਹੀ ਹੈ। ਮ੍ਰਿਦ ਜਾਨ ਦਾ ਅਰਥ ਹੁੰਦਾ, ਮ੍ਰਿਦ ਨਾਮ ਮਿੱਟੀ ਦਾ ਹੁੰਦਾ, ਜਲ ਨਾਲ ਪੈਦਾ ਹੁੰਦਾ, ਭਾਵ ਜੋ ਮਿੱਟੀ ਤੋਂ ਪੈਦਾ ਹੋਇਆ ਉਹ ਕੀ ਆ, ਘੜਾ ਮਿੱਟੀ ਤੋਂ ਪੈਦਾ ਹੋਇਆ। ਮਿੱਟੀ ਦੇ ਘੜੇ ਵਾਂਗ ਮ੍ਰਿਦ ਜਾਨ ਭਾਵ ਮਿੱਟੀ ਤੋਂ ਪੈਦਾ ਹੋਇਆ, ਭਾਵ ਘੜਾ, ਤੇ ਘੜੇ ਵਾਂਗੂ ਇਹ ਨਾਸ ਰੂਪ ਆ। ਏਦਾਂ ਸਮਝ ਲਓ, ਨਾਸ ਹੈ ਮ੍ਰਿਦ ਜਾਨ, ਜੜ ਆ ਇੱਕ ਤੇ ਜੜ ਆ, ਪਰਿਣਾਮ ਫਿਰ ਬਦਲਣ ਵਾਲਾ, ਸਮੇਂ ਸਮੇਂ ਨਾਲ ਬਦਲਦਾ, ਛੋਟੇ ਤੋਂ ਵਾਧਾ, ਵੱਧ ਤੋਂ ਜਦੋਂ ਕਿਸ਼ੋਰ ਅਵਸਥਾ, ਜਵਾਨੀ, ਵੱਡੇ ਗ੍ਰਹਿਸਥ ਤੋਂ ਕਿੱਦਾਂ ਦਾ ਸਰੀਰ ਹੋ ਜਾਂਦਾ, ਫਿਰ ਵਡੇਪਾ ਆ ਜਾਂਦਾ, ਫਿਰ ਘਟਦਾ ਘਟ ਜਾਂਦਾ, ਵਾਧੇ ਤੋਂ ਘਟਦਾ, ਐਵੇਂ 6 ਰੂਪਾਂ ਵਿੱਚ ਬਦਲ ਹੀ ਜਾਂਦਾ। ਇਹ ਤਾਂ ਭਾਵ ਪਹਿਲਾਂ ਕੇਸ ਕਾਲੇ, ਫਿਰ ਚਿੱਟੇ, ਇੱਦਾਂ ਪਰਿਣਾਮ ਬਦਲਣ ਰੂਪ ਆ। ਫਿਰ ਨਾਸ ਰੂਪ ਵੀ ਆ ਮ੍ਰਿਦ ਜਨ। ਤੇ ਮ੍ਰਿਦ ਜਨ ਤਾਂ ਮ੍ਰਿਦ ਨਾਲ ਮਿੱਟੀ ਤੋਂ ਜਨ ਕੇ ਪੈਦਾ ਹੋਇਆ, ਭਾਵ ਜੋ ਘੜਾ ਉਹ ਘੜੇ ਵਾਂਗੂ ਨਾਸ ਰੂਪ ਆ। ਇਹ ਜਿਵੇਂ ਘੜਾ ਟੁੱਟਦਾ ਭੱਜਦਾ ਹੈ।
चेतन एक रस अवय आत्म अवय आत्म। ये पाठ है ऐड़ा ववा यईया तो वह बनूगा अवय पाठ, क्योंकि वैव नाम होंदा अंगां दा ते अवै नाम होंदा अंगां तो रैत। ऐड़ा ववा यईया, ठीक है जी। अवय नाम अवै गहना असल विच ते, क्योंकि ववा यईया जे होवे तो फिर बनूगा पाठ वै, जिदा दद्दा यईया दै, इस तरह तो इत्थे ऐड़ा ना लगा अवै हो जू पाठ। कहते सुन भी तेरा जड़ा ब्रह्म स्वरूप आत्मा वो तो सदा ही चेतन है, ये जड़ आ भाव इनू आत्मा का आसरा करके सरीर चलता नहीं तो खत्म हो जाता, मरिया वेले पिया होंदा ना जड़ हो के कुछ नहीं करता। तो तेरा कहते जो आत्मा ब्रह्म स्वरूप आ वो चेतन आ ते तिन्ना हालतां विच ही एक रस आ। फिर अवै इस शरीर के अंगां वाला वो की आ अंगां तो रहत है। वै नाम अंग दा, आ नाम रहत दा, अंगां तो रहत आ, एक भी अर्थ आ। तो अवै का अर्थ स्वरूप भी करते हैं भी एक रस तेरा ब्रह्म स्वरूप जोड़ा वो चेतन एक रस ते किया जोड़ा आत्मा है तेरा किसी लिखना आत्म आत्मा जोड़ा तेरा वो किया अवै अंगां तो रह तो कोई अंग नहीं है। तो अवै का स्वरूप भी जोड़ा आत्म स्वरूप तेरा चेतन है तो एक रस है, घटदा वाधा नहीं है। शरीर एक रस नहीं ना बदलना रूप जिहा दसिया ना भी घट छोटे तो वड्डा वड्डे तो छोटा इदां गांह दी गांह दा वो एक रस है, एको ही रस रहिंदा है। जिवें कमरे च बत्ती जगाई होवे ते झमक्का झुमका ना मारे एक रस चानण जा रहे उन्हें एक रस कहिंदे। ता बिन जड़ संघात आत्म अनात्म, अनात्म पाठ ते आत्म पाठ नहीं गलत पाठ है अनात्म। ता बिन जड़ संघात आत्म, ता बिन जड़ संघात अनात्म, अनात्म पाठ है ऐड़ा ला देना नाल, ऐड़ा नन्ने कन्ना ततम अनात्म पाठ है। ता बिन पाव पाव तार गई उस भाव उसकी ब्रह्म स्वरूप जड़ा आत्मा उस आस ब्रह्म स्वरूप आत्मा तो बिन कहिए बिना जड़ा ये शरीर ते जड़ा संघात नाम शरीर का ये जड़ा शरीर आ ते ये जड़ा संसार है। भाव उस ब्रह्म स्वरूप आत्मा तो बिना ये सारा संसार जड़ा वा वो जड़ आ ते जड़े अनात्म भाव जो आत्मा नहीं है वो की है अनात्म। अनात्म नाम होंदा पदार्थां दा, हाँ जी जड़ दा सारा जगत ही जड़ आ ते सारे शरीर जगत सारे शरीर जाड़ी, इसलिए जाड़िया ते मिथ्या है। संघात अर्थ जिहड़ा ना वो इस तरह भी कर लेंदे विद्वान कि संघात का अर्थ शरीर भी होंदा उदां ते संघात का अर्थ इकट्ठ भी होंदा वा। उस ब्रह्म स्वरूप आत्मा तो बिना ये जिन्ना भी शरीर का इकट्ठ आना संघात की इकट्ठ जिन्ना भी इस संसार का इकट्ठ जिन्ना भी शरीर का इकट्ठ है ये जड़ रूप आ ते अनात्म। अनात्म का अर्थ की आ अनात्म का अर्थ भी इत्थे जड़ी करी फिरदे आ। अनात्म का अर्थ होंदा जो आत्मा नहीं है, जो आत्मा नहीं होगी अनात्म। आत्मा एक चेतन बाकी सब जाड़ी है पर बाकी सारा जड़ स्वरूप ही है। उस ब्रह्म तो बिना ये जड़ा जड़ सारा जगत आ ये जड़ आ
ਤੇ ਪਦਾਰਥਾਂ ਦਾ ਹੀ ਇਕੱਠ ਆ। ਇਸ ਸ਼ਾਨ ਦੇ ਵਿੱਚ ਵੀ ਮਨ ਵੀ ਇੱਦਾਂ ਹੀ ਪ੍ਰਸ਼ਨ ਹੀ ਆ ਕਿ ਵੀ ਸਥੂਲ ਸਰੀਰ ਜਿਹੜਾ ਵੀ ਉਹ ਮੇਰਾ ਆਤਮਾ ਦੇ ਕਹਿੰਦੇ ਭੂਤ ਨੂੰ ਕਹੇ ਭੂਤ ਅਮੂਤਨ। ਇਹ ਮਨ ਇਹ ਜੋ ਸੰਸਾਰ ਆ ਇਹ ਤੇ ਜਿਹੜੇ ਪੰਜ ਭੂਤ ਆ ਨਾ ਜਲ ਅਪ ਵਾਯ ਪ੍ਰਿਥਵੀ ਆਕਾਸ਼ਾ ਅਪ ਤੇਜ ਵਾਯ ਪ੍ਰਿਥਵੀ ਆਕਾਸ਼ਾ ਭਾਵ ਅੱਗ ਪਾਣੀ ਧਰਤੀ ਆਕਾਸ਼ ਤੇ ਹਵਾ ਜਿਹੜੇ ਪੰਜ ਤੱਤ ਆ ਇਹ ਪੰਜ ਤੱਤਾਂ ਦਾ ਜਿਹੜਾ ਪੁੱਤਰ ਆ ਪੰਜ ਤੱਤਾਂ ਦਾ ਪੁੱਤਰ ਆ ਸਰੀਰ। ਪੂਤ ਭਾ ਪੁੱਤਰ ਜਾਂ ਪੂਤ ਭਾ ਕਾਰਜ ਪੰਜ ਤੱਤਾਂ ਦਾ ਕਾਰਜ ਆ। ਇਸ ਤੇ ਹੀ ਇਹ ਅਮੂਤਨ ਗਈ ਜਾੜਿਆ। ਹਾਂਜੀ ਤੇ ਜੜ ਪ੍ਰਣਾਮ ਤੇ ਜੋ ਜਾੜਿਆ ਉਹ ਪ੍ਰਣਾਮ ਇਸ ਵੀ ਜਿਹੜਾ ਵੀ ਪ੍ਰਣਾਮ ਜਿਹੜਾ ਇਹ ਜਿਹੜਾ ਸੰਸਾਰ ਜਾਂ ਸਰੀਰ ਆ ਸੰਸਾਰ ਤੇ ਲਾ ਲਓ ਜਾਂ ਸਰੀਰ ਨਾਲ ਇੱਕੋ ਗੱਲ ਹੀ ਆ ਕਿਉਂਕਿ ਸਾਰਾ ਸੰਸਾਰ ਸਰੀਰਾਂ ਵਾਲਾ ਹੀ ਆ। ਇਸ ਕਰਕੇ ਵੀ ਇਹ ਜਿਹੜਾ ਸੰਸਾਰ ਜੜ ਰੂਪ ਆ ਪ੍ਰਣਾਮ ਫਿਰ ਬਦਲਣ ਵਾਲਾ ਸਰੀਰ ਵੀ ਬਦਲਦਾ ਆ ਤੇ ਘਟਦਾ ਵੱਧਦਾ ਆ ਨਾਸ ਰੂਪ ਆ। ਕਿਵੇਂ ਮ੍ਰਿਦ ਜਨ ਮਿੱਟੀ ਤੋਂ ਪੈਦਾ ਘੜੇ ਵਾਂਗੂ ਤੇ ਤੇਰਾ ਜੋ ਬ੍ਰਹਮ ਸਰੂਪ ਆਤਮਾ ਉਹਦੇ ਕਹਿੰਦੇ ਚੇਤਨ ਏਕ ਰਸ ਅਵੈ ਆਤਮ ਉਹਦੇ ਤੇਰਾ ਜੋ ਬ੍ਰਹਮ ਸਰੂਪ ਆਤਮਾ ਉਹਦੇ ਚੇਤਨ ਆ ਅਤੇ ਸਾਰੇ ਜਿਹੜੇ ਆ ਪ੍ਰਾਣ ਆਦਿਕ ਇੰਦਰੀਆਂ ਉਹਨਾਂ ਦੀ ਅਵਸਥਾ ਇੱਕ ਰਸ ਵਿਆਪਕ ਆ। ਸਾਰੇ ਪਾਸੇ ਤੇਰਾ ਆਤਮਾ ਇੱਕ ਰਸ ਵਿਆਪਕ ਆ ਕਿਤੇ ਘੱਟ ਵੱਧ ਨਹੀਂ ਹੈਗਾ ਕਿਉਂਕਿ ਉਹ ਪ੍ਰਣਾਮ ਘਟਦਾ ਵੱਧਦਾ ਨਾ ਪਰ ਇਹ ਇੱਕ ਰਸ ਆ ਹੈਂ। ਫਿਰ ਕੀ ਆ ਵੀ ਆਤਮ ਦੇ ਅਰਥ ਲਾ ਲਿਆ। ਅਵੈ ਵੀ ਅੰਗਾਂ ਦਾ ਰੂਪ ਆ ਤੇ ਅਵੈ ਦਾ ਅਰਥ ਹੁੰਦਾ ਸਰੂਪ ਦਾ ਅਵੈ ਦਾ ਅਰਥ ਰੂਪ ਵੈ ਨਾਮ ਹੁੰਦਾ ਵਾ ਤੁਸੀਂ ਲਾ ਲਓ ਅੰਗਾਂ ਤੋਂ ਰਹਿਤ ਆ ਆਤਮਾ ਤੇ ਵੈ ਨਾਮ ਹੁੰਦਾ ਰੂਪ ਦਾ ਤੇ ਆ ਨਾਮ ਹੁੰਦਾ ਰਹਿਤ ਰੂਪਾਂ ਤੋਂ ਰਹਿਤ ਭਾਵ ਅਰੂਪ ਆ। ਤਾ ਬਿਨ ਭਾਵ ਤੇਰੇ ਆਤਮ ਸਰੂਪ ਤੋਂ ਬਿਨਾਂ ਤਾ ਬਿਨ ਭਾਵ ਉਸ ਬ੍ਰਹਮ ਸਰੂਪ ਤੋਂ ਬਿਨਾਂ ਇਹ ਜਿੰਨਾ ਵੀ ਸਾਰਾ ਸੰਘਾਤ ਆ ਸਾਰਾ ਸੰਘਾਤ ਭਾਵ ਸਰੀਰ ਆ ਇਹ ਅਨਾਤਮ ਕਹੀਏ ਜੜ ਆ ਤੇ ਮਿਥਿਆ ਹੈ। ਤਾ ਬਿਨ ਉਸ ਬਿਨਾਂ ਉਸ ਬ੍ਰਹਮ ਤੋਂ ਬਿਨਾਂ ਇਹ ਜੋ ਜੜ ਸਰੂਪ ਸੰਘਾਤ ਕੇ ਸਰੀਰ ਹੈ ਨਾ ਇਹ ਅਨਾਤਮ ਕੇ ਜੜ ਆ ਜਾਂ ਉਸ ਬ੍ਰਹਮ ਤੋਂ ਬਿਨਾਂ ਜੋ ਇਹ ਜੜ ਸੰਸਾਰ ਆ ਜੜ ਸੰਸਾਰ ਦਾ ਜੋ ਸੰਘਾਤ ਇਕੱਠ ਆ ਇਹ ਅਨਾਤਮਕ ਹੀ ਇਹ ਜੜ ਆ ਤੇ ਇਹ ਸੰਘਾਤ ਦਾ ਅਰਥ ਸਰੀਰ ਵੀ ਹੁੰਦਾ ਜੇ ਸੰਘਾਤ ਦਾ ਅਰਥ ਇਕੱਠ ਹੀ ਹੁੰਦਾ। ਉਸ ਤੋਂ ਬਿਨਾਂ ਉਸ ਬ੍ਰਹਮ ਤੋਂ ਬਿਨਾਂ ਇਹ ਵੀ ਜਿਹੜਾ ਇਹ ਸੰਘਾਤ ਇਕੱਠ ਆ ਜੜ ਰੂਪ ਸੰਸਾਰ ਦਾ ਇਹ ਅਨਾਤਮ ਕਹੀਏ ਜੜ ਆ ਤੇ ਅਨਾਤਮ ਕਹੀਏ ਮਿਥਿਆ ਹੈ। ਇੱਦਾਂ ਸਮਝ ਲਓ ਮਤਲਬ ਤੇਰਾ ਆਤਮ ਸਰੂਪ ਜਿਹੜੇ ਆ ਤੇਰਾ ਆਤਮ ਸਰੂਪ ਦੇ ਵਿੱਚ ਸਰੀਰ ਤੋਂ ਲੈ ਕੇ ਜਿੰਨਾ ਵੀ ਅੰਤःਕਰਨ ਆਦਿਕ ਆ ਇਹ ਸੰਸਾਰ ਆ ਇਹ ਰੱਸੀ ਵਿੱਚ ਸੱਪ ਦੀ ਨਿਆਈ ਆ। ਮਤਲਬ ਤੇਰਾ ਆਤਮ ਸਰੂਪ ਰੱਸੀ ਆ ਤੇ ਇਹ ਸੰਸਾਰ ਕੀ ਆ ਸੱਪ ਦੀ ਨਿਆਈ ਆ। ਜਦੋਂ ਰੱਸੀ ਦਾ ਗਿਆਨ ਹੋ ਜੇ ਜਿਵੇਂ ਸੱਪ ਵਿੱਚ ਲੀਨ ਹੋ ਜਾਂਦਾ ਵੀ ਬ੍ਰਹਮ ਦਾ ਗਿਆਨ ਹੋ ਜੇ ਆਤਮ ਦਾ ਸਰੂਪ ਦਾ ਗਿਆਨ ਹੋ ਜੇ ਤੇ ਸਰੀਰ ਰੂਪ ਸੱਪਾਂ ਦਾ ਆਤਮਾ ਰੂਪ ਰੱਸੀ ਦੇ ਵਿੱਚ ਹੀ ਲੀਨਤਾ ਹੀ ਹੋ ਜਾਂਦੀ ਹੈ। ਅੱਗੇ ਫਿਰ ਕਹਿੰਦੇ ਸਾਧੋ ਅੰਸ਼ ਭੂਤਨ ਕੀ ਜੋ ਹੈ ਅੱਗੇ ਪ੍ਰਸ਼ਨ ਫਿਰ ਮੰਨ ਲਓ ਜਗਿਆਸੂ ਕਰਦਾ ਵੀ ਸੂਖਮ ਸਰੀਰ ਜਿਹੜਾ ਵਾ ਮੇਰਾ ਕੀ ਉਹ ਆਤਮਾ ਮੇਰਾ ਤੇ ਇਹਦਾ ਅਰਥ ਹੀ ਹੁਣ ਕਹਿਣ ਲੱਗੇ ਇਹ ਮੇਰਾ ਜਿਹੜਾ ਸੂਖਮ ਸਰੀਰ 17 ਤੱਤਾਂ ਦਾ ਕੀ ਉਹ ਮੇਰਾ ਆਤਮਾ ਤੇ ਕਹਿੰਦੇ ਸੁਣੋ ਸਾਤੋ ਅੰਸ਼ ਭੂਤਨ ਕੀ ਜੋ ਹੈ ਇਹ ਮਨ ਤੇਰਾ ਇਹ ਸਰੀਰ ਤੱਤਾਂ ਦਾ
ਜਿਹੜੇ ਤੱਤ ਆ ਨਾ, ਸੂਖਮ ਤੱਤ, ਮਤਲਬ ਪ੍ਰਸ਼ਨ ਹੀ ਆ ਵੀ ਕੀ ਸੂਖਮ ਸਰੂਪ ਜਿਹੜਾ ਮੇਰਾ ਉਹੀ ਆਤਮਾ। ਤੇ ਕਹਿੰਦੇ ਉੱਤਰ ਸਤੋ ਅੰਸ਼ ਭੂਤਨ ਕੀ ਜੋ ਹੈ, ਤੱਤਾਂ ਦੀ ਜਿਹੜੇ ਪੰਜ ਤੱਤ ਆ, ਭੂਤਨ ਕੀ ਤੱਤਾਂ ਦੀ ਪੰਜ ਤੱਤ ਜਿਹੜੇ ਜਲ ਪ੍ਰਿਥਵੀ ਪੰਜ ਮਹਾ ਤੱਤ ਭੂਤ ਆ, ਉਹਨਾਂ ਪੰਜ ਤੱਤਾਂ ਦੀ ਜੋ ਸਤੋ ਅੰਸ਼ ਆ, ਸਤੋ ਅੰਸ਼ ਇੱਕ ਰਜੋ ਗੁਣ ਆ, ਇੱਕ ਸਤੋ ਗੁਣ। ਸਤੋ ਜਿਹੜੀ ਆ ਸਤੋ ਗੁਣੀ ਅੰਸ਼ ਆ, ਉਸ ਤੋਂ ਹੀ ਸਤੋ ਅੰਸ਼ ਭੂਤਨ ਕੀ, ਕਿਉਂਕਿ ਉਹਦੇ ਜਿਹੜੇ 17 ਪੰਜ ਪ੍ਰਾਣ, ਪੰਜ ਗਿਆਨ ਇੰਦਰੀ, ਪੰਜ ਪ੍ਰਾਣ, ਪੰਜ ਕਰਮ ਇੰਦਰੀ, ਪੰਜ ਗਿਆਨ ਇੰਦਰੀ 10 ਤੇ ਪੰਜ ਪ੍ਰਾਣ ਤੇ ਮਨ ਤੇ ਬੁੱਧ, ਇਹ ਅੰਤਹਿਕਰਨ 'ਚ ਆ ਜਾਂਦਾ। ਹਾਂਜੀ, ਤੇ ਉਹ ਸਤੋ ਅੰਸ਼ ਭੂਤਨ ਵੀ ਅੰਤਹਿਕਰਨ ਮੇਰਾ ਸਰੀਰ ਆ, ਜਾਂ ਵੀ ਮੇਰਾ ਅੰਤਹਿਕਰਨ ਮੇਰਾ ਆਤਮਾ, ਜਾਂ ਵੀ ਸੂਖਮ ਸਰੀਰ ਮੇਰਾ ਆਤਮਾ। ਤੇ ਕਹਿੰਦੇ ਸਤੋ ਅੰਸ਼ ਭੂਤਨ ਕੀ ਜੋ ਹੈ, ਜੋ ਪੰਜ ਤੱਤਾਂ ਦੀ ਜੋ ਸਤੋ ਅੰਸ਼ ਹੈ ਨਾ, ਸੁਣ ਤਾਤ ਹੀ, ਤਾਤ ਕਹੀਏ ਉਸ ਤੋਂ, ਤਾਤ ਕਹੀਏ ਉਸ ਤੇ ਕਹੀਏ ਤੋਂ, ਉਸ ਤੋਂ ਹੀ ਭਾਵ ਪੰਜ ਤੱਤਾਂ ਦੀ ਸਤੋ ਗੁਣ ਜਿਹੜੀ ਅੰਸ਼ ਹੈ, ਉਸ ਸਤੋ ਗੁਣ ਅੰਸ਼ ਤੋਂ ਹੀ ਅੰਤਹਿਕਰਨ ਪਾਇਓ ਹੈ। ਅੰਤਹਿਕਰਨ ਤੇਰਾ ਪੈਦਾ ਹੋਇਆ ਮਨ ਬੁੱਧ ਚਿਤ ਅਹੰਕਾਰ, ਰਾਗ ਦਵੈਹ ਕੋ ਘੋਖ ਸੋ ਜਾਂ ਦੇ ਕਹੀਏ ਜਿਸ ਕਰਕੇ ਉਹ ਜਿਹੜਾ ਅੰਤਹਿਕਰਨ ਹੈ ਉਹ ਰਾਗ ਤੇ ਦਵੈਖ, ਰਾਗ ਦਵੈਸ਼ ਦਾ ਤੇ ਘੋਖ ਕਹੀਏ ਕਾਰੀ ਹੈ। ਸੋ ਜਾਂ ਜਿਸ ਕਰਕੇ ਸੋ ਕਹੀਏ ਉਹ ਜਿਹੜਾ ਅੰਤਹਿਕਰਨ ਉਹਦਾ ਰਾਗ ਦਵੈਸ਼ ਦਾ ਘੋਖ ਕਹੀਏ ਕਾਰੀ ਹੈ। ਕਿਉਂਕਿ ਜਿਹੜਾ ਨਾ 6 ਧਰਮ ਆ, ਮਨ ਦਾ ਧਰਮ ਆ, ਸੰਕਲਪ ਵਿਕਲਪ, ਬੁੱਧੀ ਧਰਮ ਨਿਰਣੈ ਕਰਨਾ, ਤੇ ਤੋਖ ਸੋਖ ਕਈ ਕੁਝ ਮਨ ਵਿੱਚ ਹੀ ਪੈਦਾ ਹੁੰਦਾ ਨਾ। ਰਾਗ ਕਦੀ ਮੋਹ ਆ ਗਿਆ, ਕਦੀ ਦਵੈਸ਼ ਈਰਖਾ ਆ ਗਈ, ਕਦੀ ਅਹੰਗ ਬਿਰਦੀ ਆ ਗਈ। ਕਹਿੰਦੇ ਜਿਸ ਕਰਕੇ ਉਹ ਅੰਤਹਿਕਰਨ ਰਾਗ ਦਵੈਸ਼ ਦਾ ਘਰ ਆ, ਉਹ ਅੰਤਹਿਕਰਨ ਰਾਗ ਦਵੈਸ਼ ਦਾ ਘਰ ਆ। ਤੇ ਇਸ ਕਰਕੇ ਜਿਹੜਾ ਅੰਤਹਿਕਰਨ ਰਾਗ ਦਵੈਸ਼ ਦਾ ਘਰ ਆ, ਤੇ ਦੱਸਦੇ ਹਾਂ ਸੋ ਪੇ ਕਹੀਏ ਉਹ ਵੀ ਜਿਹੜਾ ਅੰਤਹਿਕਰਨ ਹੈ ਰਾਗ ਰੂਪ ਨਾ ਤਾਂ ਤੇ ਕਹੀਏ ਇਸ ਕਰਕੇ, ਤਾਂ ਕਹੀਏ ਇਸ ਤੇ ਕਹੀਏ ਕਰਕੇ, ਇਸ ਕਰਕੇ ਸੋ ਵੀ ਉਹ ਜਿਹੜਾ ਅੰਤਹਿਕਰਨ ਹੈ ਜੋ ਰਾਗ ਦਵੈਸ਼ ਦਾ ਘਰ ਹੀ ਹੈ, ਰਾਗ ਰੂਪ ਨਾ, ਰਾਗ ਰੂ ਕਹੀਏ ਆਪ ਦਾ ਰੂਪ ਨਹੀਂ, ਉਹ ਵੀ ਤੇਰਾ ਸਰੂਪ ਨਹੀਂ ਹੈ। ਭਾਵ ਤੂੰ ਤੇ ਅੰਤਹਿਕਰਨ ਨੂੰ ਪ੍ਰਕਾਸ਼ਨ ਵਾਲਾ ਹੈ, ਇਹਦਾ ਸਾਖੀ ਹੈ, ਸਾਖੀ ਰੂਪ ਹੋ ਕੇ ਇਹਦਾ ਦ੍ਰਿਸ਼ਟਾ ਰੂਪ ਆ ਤੂੰ। ਉਹ ਵੀ ਸਰੀਰ ਸੂਖਮ ਸਰੀਰ ਬਣੀ ਆ ਤੂੰ ਉਸ ਦੇ ਵਿੱਚ ਸੂਖਮ ਸਰੀਰ ਬਣੀ ਆ। ਭਾਵ ਤੂੰ ਤੇ ਤਿੰਨਾਂ ਸਰੀਰਾਂ ਤੋਂ ਪਰੇ ਆ। ਪੰਜ ਤੱਤਾਂ ਦਾ ਜਿਹੜਾ ਪ੍ਰਤੱਖ ਸਰੀਰ ਦਿਸ ਰਿਹਾ ਸਾਡਾ ਇਹ ਹੈ ਸਥੂਲ ਸਰੀਰ। ਸੂਖਮ ਸਰੀਰ ਜਿਹੜਾ ਅੰਦਰਲਾ ਪੰਜ ਕਰਮ ਇੰਦਰੀ, ਪੰਜ ਗਿਆਨ ਇੰਦਰੀ, ਪੰਜ ਪ੍ਰਾਣ, ਮਨ ਬੁੱਧ ਚਿੱਤ ਅਹੰਕਾਰ, ਅੰਤਹਿਕਰਨ ਭਾਵ ਇਹ ਤੱਤਾਂ ਦਾ ਜਿਹੜਾ ਸੂਖਮ ਸਰੀਰ ਇਹ ਵੀ ਨਹੀਂ ਆ, ਕਿਉਂਕਿ ਤੂੰ ਇਹਨੂੰ ਪ੍ਰਕਾਸ਼ਨ ਵਾਲਾ, ਇਹ ਵੀ ਜੜੀ ਆ, ਕਿਉਂਕਿ ਇਹ ਪੰਜ ਤੱਤਾਂ ਦੀ ਹੀ ਪੈਦਾਸ਼ ਹੈ ਸਤੋ ਗੁਣ ਅੰਸ਼ ਤੋਂ। ਤੇ ਜਦੋਂ ਉਹਦੀ ਜੜ ਦੀ ਪੈਦਾਸ਼ ਜੜ, ਉਹ ਜੜ ਹੀ ਹੁੰਦਾ ਹੈ। ਇਸ ਕਰਕੇ ਤੂੰ ਇੱਕ ਰਸ ਚੇਤਨ ਸਰੂਪ ਤੈਨੂੰ ਹੁਣੇ ਦੱਸਿਆ, ਕੋਈ ਤੇਰਾ ਰੂਪ ਨਹੀਂ ਹੈ। ਕਾਰਜ ਦੁਆਰਾ ਜਿਸਨ ਮਾਨਾ, ਕਾਰਜ ਦੁਆਰਾ, ਕਾਰਜ ਦੁਆਰਾ ਜਿਸ ਕਹਿੰਦੇ ਕਾਰਜ ਦੇ ਦੁਆਰਾ ਜਿਸ ਦਾ ਅਨੁਮਾਨ ਲਾਇਆ ਜਾਂਦਾ। ਅਨੁਮਾਨ ਕਰਕੇ ਵੀ ਜਿਸ ਦਾ ਗਿਆਨ ਹੋਵੇ, ਜਿਵੇਂ ਵੇਖੋ ਧੂਏ ਨੂੰ ਵੇਖ ਕੇ ਅੱਗ ਦਾ ਗਿਆਨ ਹੁੰਦਾ। ਤੇ ਅਨੁਮਾਨ ਇੱਕ ਪ੍ਰਮਾਣ ਆ, 6 ਪ੍ਰਮਾਣਾਂ 'ਚ ਪ੍ਰਮਾਣ ਆ ਅਨੁਮਾਨ। ਕਾਰਜ ਦੁਆਰਾ ਜਿਸ ਅਨੁਮਾਨਾ, ਕਹਿੰਦੇ ਵੀ ਕਾਰਜ ਦੇ ਦੁਆਰਾ ਜਿਸ ਦਾ ਅਨੁਮਾਨ ਲਾਇਆ ਜਾਂਦਾ। ਨਾ ਤਰ ਸੋ ਪ੍ਰਤੱਖ ਭਾਨਾ, ਨਾ ਤਰ, ਨਾ ਤਰ ਨਹੀਂ ਤਾਂ, ਤਾਰ ਕਹੀਏ ਨਾਤਰ ਪਾੜ ਇਕੱਠਾ ਹੁੰਦਾ, ਭਾਵ ਨਹੀਂ ਤਾਂ ਸੋ ਨਹੀਂ ਤੇ ਕਹਿੰਦੇ ਨਹੀਂ ਤਾਂ ਕਾਰਜ ਦਾ ਜਿਸ ਦਾ ਅਨੁਮਾਨ ਲੈ ਜਾਂਦਾ, ਨਹੀਂ ਤਾਂ ਕਹਿੰਦੇ ਉਹ ਪ੍ਰਤੱਖ
ਅਭਾਨਾ ਕਹੀਏ ਪ੍ਰਤੀਤ ਨਹੀਂ ਹੁੰਦਾ। ਕੀ ਨਹੀਂ ਪ੍ਰਤੀਤ ਹੁੰਦਾ? ਕੌਣ? ਬਿਬ ਉਪਾਦ ਕੋ ਕਾਰਨ ਜੋ ਹੈ। ਬਿਬ ਕਹਿੰਦੇ ਦੋਵੇਂ ਉਪਾਦੀਆਂ, ਸੂਖਮ ਸਥੂਲ ਸਰੀਰ ਦੋ ਉਪਾਦੀਆਂ ਨਾ, ਇਹਨਾਂ ਦੇ ਕਹਿੰਦੇ ਦੋਵਾਂ ਉਪਾਦੀਆਂ ਦਾ ਜੋ ਕਾਰਨ ਆ, ਕਾਰਨ ਦੇਹ ਨਾ ਆਤਮ ਸੋ ਹੈ। ਕਹਿੰਦੇ ਉਹ ਜਿਹੜਾ ਆਤਮਾ ਉਹ ਤੇਰਾ ਉਹ ਕਾਰਨ ਦੇ ਵੀ ਨਹੀਂ ਹੈ। ਉਹ ਕਾਰਨ ਸਰੀਰ ਵੀ ਕਹਿੰਦੇ ਤੇਰਾ ਆਤਮਾ ਨਹੀਂ। ਹੁਣ ਮੈਂ ਥੋੜ੍ਹਾ ਸਮਝਾਉਣਾ ਤੁਹਾਨੂੰ ਕਿ ਕਾਰਜ ਦੁਆਰਾ ਜਿਸ ਅਨੁਮਾਨਾ, ਕਾਰਜ ਕੀ ਹੈ ਵੇਖੋ ਹੁਣ, ਸਥੂਲ ਤੇ ਸੂਖਮ, ਇਹ ਕਿਹਦੇ ਕਾਰਜ ਆ? ਕਾਰਨ ਸਰੀਰ ਦੇ। ਹਾਂਜੀ, ਤੇ ਕਾਰਜ ਤੋਂ ਬਿਨਾਂ ਕਾਰਨ ਜਾਣਿਆ ਨਹੀਂ ਜਾਂਦਾ। ਅੱਜ ਕੋਈ ਆਪਾਂ ਕੰਮ ਕਰਦੇ ਹਾਂ ਵੀ ਆ ਕਹਿੰਦੇ ਵੀ ਆ ਫਲਾਣਾ ਮੰਜਾ ਬਣਿਆ, ਆਖਰਕਾਰ ਇਹ ਜਿਹੜਾ ਮੰਜਾ ਬਣਿਆ ਇਹਨੂੰ ਕਿਸੇ ਨੇ ਬਣਾਇਆ ਹੀ ਨਾ, ਇਹਦਾ ਕੋਈ ਕਾਰਨ ਤਾਂ ਹੈ ਨਾ। ਘੜਾ ਬਣਦਾ ਉਹਨੂੰ ਬਣਾਉਣ ਵਾਲਾ ਕਾਰਨ ਤਾਂ ਹੈ ਹੀ ਨਾ, ਮਿੱਟੀ ਉਹਦਾ ਕਾਰਨ ਹੈ ਨਾ ਘੜੇ ਦਾ। ਮਿੱਟੀ ਤੋਂ ਬਿਨਾਂ, ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ, ਅਤੇ ਕਾਰਜ ਤੋਂ ਬਿਨਾਂ ਕਾਰਨ ਸਿੱਧ ਨਹੀਂ ਹੁੰਦਾ, ਅਤੇ ਕਾਰਨ ਤੋਂ ਬਿਨਾਂ ਕਾਰਜ ਸਿੱਧ ਨਹੀਂ ਹੁੰਦਾ। ਇਹ ਸੰਸਾਰ ਦੀ ਪੈਦਾ ਹੋਣਾ ਹੀ ਦੱਸਦਾ ਵੀ ਇਹਦਾ ਕੋਈ ਕਾਰਨ ਹੈ, ਉਹ ਹੈ ਬ੍ਰਹਮ। ਅਤੇ ਬ੍ਰਹਮ ਕਾਰਨ ਤੋਂ ਪਤਾ ਲੱਗਦਾ ਵੀ ਉਹਦਾ ਕਾਰਜ ਇਹ ਸੰਸਾਰ ਆ, ਕਿਉਂਕਿ ਉਹ ਤੋਂ ਬਿਨਾਂ ਇਹਦੀ ਰਚਨਾ ਕੋਈ ਕਰ ਨਹੀਂ ਸਕਦਾ। ਅਤੇ ਕਾਰਜ ਦੁਆਰਾ ਜਿਸ ਅਨੁਮਾਨਾ, ਸਥੂਲ ਸਰੀਰ ਅਤੇ ਸੂਖਮ ਸਰੀਰ ਕੀ ਕਾਰਜ ਆ। ਅਤੇ ਇਹਨਾਂ ਕਾਰਜ ਦੁਆਰਾ ਹੀ ਜਿਸ ਕਹਿੰਦੇ ਕਾਰਨ ਸਰੀਰ ਦਾ ਅਨੁਮਾਨਾ ਕਹੀਏ ਗਿਆਨ ਹੁੰਦਾ ਹੈ। ਜਿਸ ਕਾਰਨ ਸਰੀਰ ਦਾ ਅਨੁਮਾਨ ਗਿਆਨ ਹੁੰਦਾ ਹੈ, ਕਿਉਂਕਿ ਪਿਛਲੇ ਐਂਡ 'ਤੇ ਲਿਖਿਆ ਨਾ ਕਾਰਨ ਦੇਹ ਨਾ ਆਤਮ ਸੋ ਹੈ। ਅਤੇ ਉੱਥੋਂ ਮਤਲਬ ਇਹ ਤਾਂ ਉੱਥੇ ਮਤਲਬ ਕਾਰਨ ਦੇਹ ਦਾ ਦੱਸਦੇ ਉੱਤੋਂ ਸ਼ੁਰੂ ਕੀਤਾ ਵੀ ਇਸ ਕਰਕੇ ਆਪਾਂ ਕੋਲੋਂ ਲਾਉਣਾ ਵੀ ਕਾਰਜ, ਜੋ ਕਾਰਜ ਸੂਖਮ ਅਤੇ ਸਥੂਲ ਸਰੀਰ ਹੈ, ਉਸ ਕਾਰਜ ਦੁਆਰਾ ਜਿਸ ਕਾਰਨ ਸਰੀਰ ਦਾ ਅਨੁਮਾਨ ਲਾਇਆ ਜਾਂਦਾ, ਗਿਆਨ ਹੁੰਦਾ ਵੀ ਜੇ ਕਾਰਜ ਹੈ ਤਾਂ ਕੋਈ ਜਿਹੜਾ ਕਾਰਨ ਵੀ ਹੈ। ਉਹ ਕਾਰਨ ਕੀ? ਦੋਵਾਂ ਸਰੀਰਾਂ ਦਾ ਕਾਰਨ ਸਰੀਰ, ਅਵਿਦਿਆ ਜਿਹਨੂੰ ਕਹਿੰਦੇ, ਉਹ ਅਵਿਦਿਆ ਦੇ ਕਰਕੇ ਦੋਵੇਂ ਸਰੀਰ ਪ੍ਰਾਪਤ ਹੁੰਦੇ। ਨਾਤਰ ਸੋ ਪ੍ਰਤੱਖ ਅਭਾਨਾ, ਨਾਦਰ ਪਾਠ ਕਰ ਲਾ ਇਕੱਠਾ ਕਰਨ, ਨਹੀਂ ਤਾਂ ਕਹਿੰਦੇ ਜਿਹੜਾ ਸੂਖਮ ਅਤੇ ਸਥੂਲ ਸਰੀਰ ਆ ਰੂਪੀ ਕਾਰਜ ਆ, ਉਹ ਕਾਰਜ ਤੋਂ ਬਿਨਾਂ ਉਸ ਸੋ ਕਹੀਏ ਉਹ ਜਿਹੜਾ ਕਾਰਨ ਸਰੀਰ ਆ ਉਹਦਾ ਪ੍ਰਤੱਖ ਸਾਕਸ਼ਾਤ ਅਭਾਨਾ ਕਹੀਏ ਜਾਣਿਆ ਨਹੀਂ ਜਾਂਦਾ। ਕਾਰਨ ਸਰੀਰ ਦਾ ਜਾਣਿਆ ਹੀ ਨਹੀਂ ਜਾਂਦਾ। ਕਾਰਨ ਸਰੀਰ ਸੂਖਮ ਸਥੂਲ ਤੋਂ ਜਾਣਦੇ ਵੀ ਕਾਰਨ ਸਰੀਰ ਹੀ ਇਹਦਾ ਉਪਾਦੀਆਂ ਦਾ ਕਾਰਨ ਆ। ਜੇ ਇਹ ਕਾਰਨ ਨਾ ਹੋਵੇ ਤਾਂ ਕਿਵੇਂ ਕਾਰਜ ਹੋ ਸਕਦਾ? ਇਹ ਪੰਜ ਤੱਤ ਕਿਵੇਂ ਹੋ ਸਕਦੇ? ਕਿਵੇਂ ਸੂਖਮ ਸਥੂਲ ਹੋ ਸਕਦਾ? ਕਾਰਨ ਦੇ ਹੀ ਕਰਕੇ ਇਹ ਹੁੰਦਾ ਹੈ ਸਰੀਰ, ਦੋਵੇਂ ਸਰੀਰ, ਤਿੰਨ ਦੇਹਾਂ ਨਾ ਸਾਡੀਆਂ, ਭਾਵ ਸੂਖਮ ਸਥੂਲ ਜਿਹੜਾ ਸਰੀਰ ਆ, ਇਹ ਦੋਵੇਂ ਸਰੀਰ ਦੇ ਕਾਰਜ, ਇਹ ਕਾਰਜ ਤੋਂ ਬਿਨਾਂ ਉਸ ਕਾਰਜ ਸਰੀਰ ਦਾ ਪ੍ਰਤੱਖ ਜਾਣਿਆ ਹੀ ਨਹੀਂ ਜਾਂਦਾ। ਕਿਉਂਕਿ ਇਹ ਜਿਹੜਾ ਕਾਰਨ ਸਰੀਰ ਹੈ ਸਥੂਲ ਦ੍ਰਿਸ਼ਟੀ ਦਾ ਵਿਸ਼ੇ ਨਹੀਂ ਹੈ, ਦਿਖਦਾ ਨਹੀਂ ਅਸਲ ਵਿੱਚ। ਬ੍ਰਹਮ ਵੀ ਦਿਖਦਾ ਨਹੀਂ, ਕਾਰਨ ਹੈ ਪਰ ਦਿਖਦਾ ਨਹੀਂ, ਕਿਉਂਕਿ ਉਹ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ, ਅੱਗੋਂ ਗੋਚਰ ਹੈ ਨਾ। ਅਤੇ ਕਾਰਜ ਦੇ ਅਨੁਮਾਨ ਤੋਂ ਹੀ ਜਾਣਿਆ ਜਾ ਸਕਦਾ ਵਾ ਕਿ ਸਥੂਲ ਅਤੇ ਸੂਖਮ ਰੂਪ ਦੋਹਾਂ ਜਿਹੜੀਆਂ ਉਪਾਦੀਆਂ ਦਾ ਕਾਰਨ ਰੂਪ ਜੋ ਕਾਰਨ ਆ ਉਹ ਹੈ ਕਾਰਨ ਸਰੀਰ। ਬੇਬ ਉਪਾਦ, ਦੋਵੇਂ ਉਪਾਦੀਆਂ ਭਾਵ ਸੂਖਮ ਅਤੇ ਸਥੂਲ, ਇਹ ਸਰੀਰ ਦੋਵਾਂ ਸਰੀਰਾਂ ਦੀਆਂ ਉਪਾਦੀਆਂ ਦਾ ਜੋ ਕਹਿੰਦੇ ਕਾਰਨ ਜਿਸ ਕਰਕੇ ਦੋ ਸਰੀਰ ਹੋਏ ਆ, ਕਾਰਨ ਦੇ, ਉਹ ਹੈ ਕਾਰਨ ਦੇ। ਉਹ ਕੀ ਆ? ਉਹ ਹੈ ਕਾਰਨ ਦੇ। ਅਤੇ ਉਹ ਜਿਹੜਾ ਕਾਰਨ ਸਰੀਰ ਆ, ਉਹ ਜਿਹੜਾ ਕਾਰਨ ਸਰੀਰ ਆ ਆਤਮ ਸੋ ਹੈ, ਨਾ ਆਤਮ ਸੋ ਹੈ। ਕਹਿੰਦੇ ਉਹ ਵੀ ਤੇਰਾ ਆਤਮਾ ਨਹੀਂ ਹੈ। ਕਾਰਨ ਦੇ ਜਿਹੜਾ ਉਹ ਵੀ ਤੇਰਾ ਆਤਮਾ ਨਹੀਂ ਹੈ, ਕਿਉਂਕਿ ਉਹ ਵੀ ਅਵਿਦਿਆ ਚੇਤਨ 'ਚ ਜਾ ਕੇ ਲੀਨ ਹੁੰਦੀ ਹੈ। ਚੇਤਨ ਤਿੰਨਾਂ ਸਰੀਰਾਂ ਤੋਂ ਵੱਖਰਾ ਹੈ, ਬਸ ਉਹਦੇ ਪ੍ਰਕਾਸ਼ਨ ਵਾਲਾ ਹੈ, ਉਹਦੇ ਅਕਿਰਿਆ ਹੈ, ਸਰੀਰ ਕਿਰਿਆਵਾਨ ਹੈ। ਵਿਦਿਆ ਕਰਕੇ ਸਾਨੂੰ ਸਰੀਰ ਮਿਲਦੇ ਆ, ਉਹਦਾ ਕੰਮ ਤਾਂ ਇੰਨਾ ਹੀ ਪ੍ਰਕਾਸ਼ ਕਰਨਾ। ਬਲਬਾਂ ਪੱਖਿਆਂ ਦਾ ਕੰਮ ਹੈ ਕਿਰਿਆ ਕਰਨੀ, ਬੱਤੀ ਦਾ ਕੰਮ ਖਾਲੀ ਪ੍ਰਕਾਸ਼ ਦੇ ਕੇ ਇਹਨਾਂ ਨੂੰ ਚਲਾਉਣਾ। ਅਤੇ ਉਹ ਵੀ ਪ੍ਰਕਾਸ਼ ਵੀ ਇਸ ਤਰ੍ਹਾਂ ਹੀ ਕਰ ਰਿਹਾ ਹੈ, ਚੇਤਨ ਵੀ ਇਸ ਤਰ੍ਹਾਂ ਕਰ ਰਿਹਾ।
तीन उपाद विहीनो जो सूक्ष्म स्थूल सूक्ष्म के कारण तीन देहां, ये तीन उपाधियां, तीन उपाद तिन्ना उपाधियां तो विहीनो दे बवे सैरी ला लेने। विहीनो भाव जो रह दे, तिन्ना उपाधि तो रह जो ब्रह्म है जा जो आत्मा, तिन्ना उपाधियां तो जो रहत जो कि जो तिन्ना ही उपाधियां तो विहीनों के रहत है जो बिना है। रूप तुम्हारो निश्चय सो कि ओही तेरा स्वरूप है, तुम्हारो कि तेरा स्वरूप है, तू निश्चय करके जान ला। निश्चय पूर्वक ही तू जान ला भी ओही तेरा स्वरूप है। ਉਹਨੂੰ ਬ੍ਰਹਮ ਕਹਿ ਲਾ, ਉਹਨੂੰ ਹੀ ਆਤਮਾ ਕਹਿੰਦੇ। ਉਹ ਆਤਮਾ ਨੂੰ ਬ੍ਰਹਮ, ਕਿਉਂਕਿ ਆਤਮਾ ਪਰਮਾਤਮਾ ਦਾ ਰੂਪ ਹੀ ਹੈ। ਨਿਸ਼ਚੈ ਕਰਕੇ ਉਹ ਬ੍ਰਹਮ ਹੀ ਤੇਰਾ ਸਰੂਪ ਹੈ। ਨਹਿ ਤਤ ਬ੍ਰਹਮ ਰੂਪ ਨਿਜ ਧਿਆਵ ਹੈ, ਕਹਿੰਦੇ ਤੂੰ ਉਸ ਆਪਣੇ ਰੂਪ, ਆਪਣੇ ਰੂਪ ਬ੍ਰਹਮ ਨੂੰ ਤੂੰ ਧਿਆਉਂਦਾ ਹੀ ਨਹੀਂ ਹੈ। ਨਹਿ ਤਤ ਬ੍ਰਹਮ, ਤਤ ਦਾ ਅਰਥ ਆਪਾਂ ਇੱਥੇ ਸਿਧਾਂਤ ਵੀ ਹੁੰਦਾ, ਜਾਂ ਤਤ ਦਾ ਅਰਥ ਆਪਾਂ ਇਹ ਲਾਉਣਾ ਕਿ ਉਹ ਜੋ ਬ੍ਰਹਮ ਸਰੂਪ ਹੈ ਤੇਰਾ, ਨਿਜ ਕਹੀਏ ਤੇਰਾ ਆਪਣਾ, ਉਹ ਬ੍ਰਹਮ ਰੂਪ ਜੋ ਆਪਣਾ ਤੇਰਾ ਨਹਿ ਧਿਆਵੇਂ, ਉਹਨੂੰ ਤੇ ਤੂੰ ਧਿਆਉਂਦਾ ਹੀ ਨਹੀਂ ਆ। ਉਹਨੂੰ ਤੇ ਤੂੰ ਚਿੱਤ ਵੀ ਨਹੀਂ ਕਰਦਾ, ਤਾਂ ਸਿਮਰਦਾ ਹੀ ਨਹੀਂ ਹੈ। ਬਾਰ ਮੁਖੀ ਰਹਿਣਾ ਹਮੇਸ਼ਾ ਮਨਾ। ਜਾ ਕਰ ਮੂੜ ਮੁਕਤ ਤੂੰ ਪਾਵੇਂ, ਜਾ ਕਰ ਕਹੀਏ ਜਾ ਕਰ, ਜਿਸ ਕਰਕੇ ਮੂੜ ਕੇ ਮੂਰਖ ਮਨਾ ਤੂੰ ਮੁਕਤੀ ਨੂੰ ਪਾਵੇਂਗਾ। ਉਧਰ ਤੇ ਤੂੰ ਧਿਆਨ ਹੀ ਨਹੀਂ ਕਰਦਾ, ਜਿਹਨੂੰ ਧਿਆਨ ਕਰਕੇ ਤੂੰ ਮੁਕਤੀ ਪਾ ਲਵੇਂਗਾ, ਪਰ ਤੇਰਾ ਉਹਦਾ ਧਿਆਨ ਨਹੀਂ, ਕਿਉਂਕਿ ਮਨਾ ਹੈ ਤੇ ਤੂੰ ਜੋਤ ਸਰੂਪ ਹੀ, ਪਰ ਬਾਹਰ ਉੱਡ ਜਾਣਾ। ਆਤਮ ਸਰੂਪ 'ਚ ਟਿਕਦਾ ਕੋਈ ਨਹੀਂ ਹੈ, ਤੇ ਅੰਤ ਹੈ ਕਰਨ ਤੋਂ ਤੂੰ ਆਪਣਾ ਕੰਮ ਸ਼ੁਰੂ ਕਰ ਦੇਣਾ। ਸੰਕਲਪ ਵਿਕਲਪ ਤੋਂ ਚਿੱਤ ਬਣੀਆਂ ਤੋਂ ਅਹੰ ਬਿਰਤੀ ਤੋਂ ਨਿਰਣੈ ਪੂਰਵਕ ਬਿਰਤੀ ਤੋਂ ਇੱਥੋਂ ਤੂੰ ਸ਼ੁਰੂ ਹੋਣਾ ਵਾ, ਤੇ ਇਹ ਤੋਂ ਅੱਗੇ ਸੂਖਮ ਦੀ ਕਿਰਿਆ ਕਰਦਾ ਕਰਦਾ ਸਥੂਲ ਤੱਕ, ਸਥੂਲ ਤੋਂ ਤੂੰ ਵਾਰੀ ਰਹਿਣਾ, ਅੰਤਰਮੁਖ ਨਹੀਂ ਹੋਣਾ। ਇਸ ਕਰਕੇ ਤੂੰ ਮੁਕਤੀ ਕਿਵੇਂ ਪਾਵੇਂਗਾ? ਜਿੰਨਾ ਚਿਰ ਤੂੰ ਸਵੈ ਸਰੂਪ 'ਚ ਨਹੀਂ ਟਿਕੇਗਾ, ਜਿੰਨਾ ਚਿਰ ਬੰਦਾ ਆਪਣੇ ਘਰ ਵਿੱਚ ਨਹੀਂ ਰਹੇਗਾ, ਉਹਨਾਂ ਚਿਰ ਸੁੱਖ ਕਿੱਥੋਂ ਪਾਵੇਗਾ? ਬਾਰ ਦੁੱਖ ਹੀ ਇਹ ਗੱਲਾਂ ਸੁਣਨੀਆਂ ਪੈਂਦੀਆਂ। ਇਸ ਕਰਕੇ ਤੂੰ ਉੱਥੇ ਜਾ ਕੇ ਕਿਉਂ ਨਹੀਂ ਟਿਕਦਾ ਹੈ? ਹੇ ਮਨਾ ਮੂਰਖਾ, ਉਸਨੂੰ ਕਿਉਂ ਨਹੀਂ ਧੁੰਦਾ ਆਪਣੇ ਨਿੱਜ ਸਰੂਪ 'ਚ ਤੂੰ ਧਿਆਨ ਲਾ, ਕਿਉਂਕਿ ਤੂੰ ਜੋਤ ਸਰੂਪ ਹੀ ਹੈ। ਭਾਵ ਤੂੰ ਲੀਨ ਕਿਉਂ ਨਹੀਂ ਹੁੰਦਾ ਉਹਦੇ ਵਿੱਚ? ਦੋਹਰਾ ਹੇ ਮਨ ਤਾਜ ਨਿਜ ਬਹਿਰਗਤ, ਇਸ ਕਰਕੇ ਕਹਿੰਦੇ ਹੇ ਮਨਾ ਤੂੰ ਜਿਹੜੀ ਨਿਜ ਕਹੀਏ ਆਪਣੀ ਬਹਿਰ ਕਹੀਏ ਬਾਹਰ ਦੀ ਜਿਹੜੀ ਗਤੀ ਆ, ਹਾਲਤ ਆ, ਅਵਸਥਾ ਆ, ਉਹਨੂੰ ਤੂੰ ਤਾਜ ਕਹੀਏ ਛੱਡ, ਤੇ ਇਸ ਨੂੰ ਛੱਡ ਕਰਕੇ ਅੰਤਰ ਬਾਹਰ ਸੁੱਖ ਹੇਤ, ਅੰਤਰ ਬਾਹਰ ਕਹੀਏ ਵੜ। ਕਾਹਦੇ ਵਾਸਤੇ? ਸੁੱਖ ਵਾਸਤੇ। ਹੇਤ ਕਹੀਏ ਵਾਸਤੇ, ਸੁੱਖ ਵਾਸਤੇ, ਸੁੱਖ ਪ੍ਰਾਪਤ ਕਰਨ ਵਾਸਤੇ ਅੰਦਰ ਵੜ, ਅੰਤਰਮੁਖ ਹੋ ਜਾ। ਬਾਹਰ ਜਦੋਂ ਤੂੰ ਹੁੰਦਾ, ਬਾਹਰੀ ਪਦਾਰਥ ਵੇਖਣਾ, ਬਾਹਰੀ ਸਰੀਰ ਵੇਖਣਾ, ਦੁਖੀ ਹੋਣਾ, ਕਿਉਂਕਿ ਜਿੰਨਾ ਵੀ ਆਪਾਂ ਦੁਖੀ ਹੋਣੇ ਬਾਹਰ ਦੀ ਕਿਰਿਆ ਵੇਖ ਕੇ ਦੁਖੀ ਹੋਣੇ। ਜੇ ਅੰਤਰਮੁਖ ਹੋ ਜਾਈਏ, ਬਾਹਰ ਦੀ ਨਿਗਾਹ 'ਤੇ ਥੋੜ੍ਹਾ ਕੰਟਰੋਲ ਕਰੀਏ, ਆਤਮ ਸਰੂਪ ਨੂੰ ਜਾਣ ਲਈਏ, ਆਪਣੇ ਨੂੰ ਅੰਤਰਮੁਖ ਹੋ ਜਾਈਏ, ਅਤੇ ਅੰਤਰਮੁਖ ਹੀ ਰਹੀਏ, ਅਤੇ ਅੰਤਰ 'ਤੇ ਆਪਣਾ ਆਤਮਾ ਹੀ ਹੈ। ਉਹ ਫਿਰ ਅੰਤਰਮੁਖ ਹੋਣੇ ਕਰਕੇ ਬਾਹਰ ਵੀ ਆਤਮਾ ਹੀ ਦੇਖੂਗਾ, ਜਿਸ ਕਰਕੇ ਅੰਦਰ ਦੇ ਸੁੱਖ ਰੂਪ ਆਤਮਾ 'ਤੇ ਕੋਈ ਦੁੱਖ ਨਹੀਂ ਹੈ। ਦੁੱਖ ਦੇ ਸਰੀਰਾਂ ਨੂੰ, ਸਰੀਰ ਤੋਂ ਬਾਰ ਆਪਣੀ ਬਿਰਤੀ ਰਹਿੰਦੀ ਹੈ। ਇਸ ਕਰਕੇ ਹੇ ਮਨਾ ਤੂੰ ਆਪਣੀ ਬਾਹਰ ਦੀ ਜਿਹੜੀ ਗਤ ਦੀ ਅਵਸਥਾ ਆ, ਹਾਲਤ ਆ, ਗਤੀ ਆ, ਤੇਜ਼ੀ ਆ, ਨੂੰ ਛੱਡ, ਅਤੇ ਅੰਤਰ ਬਾਹਰ ਕੇ ਅੰਤਰ ਵੜ ਸੁੱਖ ਹੇਤ। ਕਾਹਦੇ ਵਾਸਤੇ? ਸੁੱਖ ਵਾਸਤੇ। ਤਾਂ ਤੂੰ ਸੁੱਖ ਪਾਏਂਗਾ। ਅੰਤਰਮੁਖ ਬਿਨ ਸੁੱਖ ਨਹੀਂ, ਯਾਦ ਰੱਖੇ। ਅੰਤਰਮੁਖ ਹੋਏ ਤੋਂ ਬਿਨਾਂ ਮਨਾ ਤੈਨੂੰ ਕਦੀ ਸੁੱਖ ਨਹੀਂ ਹੋ ਸਕਦਾ। ਵਿਦਤ ਸਨਾਤਨ ਨੇਤ, ਇਹ ਕਹਿੰਦੇ ਵਿਦਤ ਕਹੀਏ ਪ੍ਰਗਟ ਆ, ਸਨਾਤਨ ਕੇ ਪੁਰਾਣੀ, ਤੇ ਨੇਤ ਕਹੀਏ ਬੇਅੰਤ। ਆਦਿ ਸਮੇਂ ਤੋਂ ਹੀ, ਪੁਰਾਤਨ ਸਮੇਂ ਤੋਂ ਹੀ ਬੇਅੰਤ। ਨੇਤ ਦਾ ਅਰਥ ਦਾ ਬੇਅੰਤ ਸਨਾਤਨ ਮਹਾਂਪੁਰਸ਼, ਸਨਾਤਨੀ ਧਰਮ ਆ, ਉਹ ਬਿਦਤ ਕਹੀਏ ਪ੍ਰਗਟ ਹੀ ਕਹਿੰਦਾ ਹੈ। ਅੰਤਰਮੁਖ ਹੋਏ ਤੋਂ ਬਿਨਾਂ ਤੈਨੂੰ ਸੁੱਖ ਨਹੀਂ ਹੋ ਸਕਦਾ, ਕਿਉਂਕਿ ਜਦੋਂ ਅਸੀਂ ਆਪਣਾ ਥਾਂ ਛੱਡ ਕੇ ਹੋਰ ਥਾਂ 'ਤੇ ਟਿਕਾਂਗੇ ਅਤੇ ਦੁੱਖ ਤਾਂ ਹੋਊਗਾ, ਅਤੇ ਖਤਰਾ ਤਾਂ ਰਹੂਗਾ ਹੀ। ਅਤੇ ਮਨ ਦਾ ਅੰਤਰਮੁਖ 'ਤੇ ਹੋਣਾ, ਇਹਦਾ ਆਪਣਾ ਸਵੈ ਟਿਕਾਣਾ। ਭਾਵ ਜੇ ਅੰਤਹਿਕਰਨ 'ਚ ਹੀ ਰਹਿ ਜੇ, ਮਨ ਦੇ ਚੰਗਾ ਭਰੇ ਅਤੇ
72 ਘਰ ਇੱਕ ਪੁਰਖ ਸਮਾਇਆ। 72 ਕੋਠੜੀਆਂ 'ਚ ਭੱਜਾ ਫਿਰਦਾ ਤਾਂ ਹੀ ਸੁੱਖ ਨਹੀਂ ਹੈ। ਅਤੇ ਉਹ ਤਰ੍ਹਾਂ ਤਰ੍ਹਾਂ ਦੇ ਵਿਸ਼ੇ ਪਦਾਰਥ ਭੋਗ ਮੰਗਦਾ। ਜੇ ਕਿਤੇ ਟਿਕ ਜਾਵੇ ਅੰਤਰਮੁਖ ਹੋ ਕੇ ਅੰਤःਕਰਨ ਆਪਣੇ ਸਵੈ ਸਰੂਪ ਸਵੈ ਸਥਾਨ ਦੇ, ਅਤੇ ਇਹਨੂੰ ਸੁੱਖ ਹੋ ਸਕਦਾ। ਅੰਤਰਮੁਖ ਹੋਏ ਤੋਂ ਬਿਨਾਂ ਸੁੱਖ ਨਹੀਂ ਹੈ। ਆਹ ਜਿਹੜੀ ਬਿਰਤੀ ਸਾਡੀ ਬਾਹਰ ਭੱਜ ਜਾਂਦੀ, ਜੇ ਕਿਤੇ ਅੰਤਰਮੁਖ ਹੋ ਜੇ ਭਲਾ। ਜਦੋਂ ਆਪਾਂ ਅੱਖਾਂ ਵੀ ਬੰਦ ਕਰਦੇ ਹਾਂ ਬਿਰਤੀ ਸਾਡੀ ਬਾਹਰ ਹੀ ਹੁੰਦੀ ਹੈ, ਸੋਚਾਂ ਫਿਕਰਾਂ 'ਚ ਹੀ ਹੁੰਦੀ ਹੈ। ਅੰਤਰਮੁਖ ਹੋਵੇ ਅਤੇ ਟਿਕਾ ਹੋਵੇ। ਜਦੋਂ ਟਿਕਾ ਹੁੰਦਾ ਉਦੋਂ ਮਨ ਲੀਨ ਹੋ ਜਾਂਦਾ। ਜਦੋਂ ਮਨ ਲੀਨ ਹੋਣ ਜਾਂਦਾ ਉਦੋਂ ਨਾ ਸੁੱਖ ਅਤੇ ਨਾ ਦੁੱਖ। ਪਾਪ ਸੰਕਲਪ ਵਿਕਲਪ ਹੀ ਨਹੀਂ ਰਹਿ ਜਾਂਦਾ। ਇਸ ਕਰਕੇ ਅੰਤਰਮੁਖ ਹੋਣ ਲਈ ਭਰਤਰੀ ਜੀ ਨੇ ਇੱਥੇ ਵਿਦਾਂਤ ਦੇ ਸਿਧਾਂਤ ਨਾਲ ਸਾਨੂੰ ਸਿੱਖਿਆ ਦਿੱਤੀ। ਇੱਥੇ ਵਿਦਾਂਤ ਮਤ ਆ ਸਾਰਾ ਜਿਹੜਾ ਪੜ੍ਹਿਆ ਅੱਜ, ਵਿਦਾਂਤ ਮਤ ਦੀ ਵਿਚਾਰ ਜਿੰਨੀ ਕੁ ਸਮਝ ਹੋਈ ਆਪਾਂ ਕੀਤੀ। ਹੁਣ ਇੱਥੇ ਸਮਾਪਤੀ ਕਰੀਏ, ਸਮਾਂ ਕਾਫੀ ਹੋ ਗਿਆ। ਹੇ ਮਨ ਤਜ ਨਿਜ ਬਹਿਰਗਤ ਅੰਤਰ ਬਾਹਰ ਮੁਖ ਸੁਖ ਹੇਤ ਅੰਤਰ ਮੁਖ ਬਿਨ ਸੁਖ ਨਹੀਂ ਬਿਦਤ ਸਨਾਤਨ ਨੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।